फिर कर आनंद बधाई तुझ कर मान मता तेज अपना आप जर सर्ब कला भरपूर दिसै जत कथा नानक दासन दात दे आगे बिनवता। श्लोक पवन गुरु पाणी पिता माता धरत महत दिवस रात दोए दाई दाया खेलै सगल जगत चंगियाइयां बुरियाइयां वाचै धर्म दूर करमी आपो अपनी के नेड़े के दूर जिनी नाम थे आया गए मशक्कत काल नानक ते मुख उजले केती छुट्टी नाल जिनी नाम थे आया गए मशक्कत काल नानक ते मुख उजले केती छुट्टी नाल। वाहिगुरु जी का खालसा वाहिगुरु जी की फतेह। ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ बिघनन के हर गोबिंद शुभ मत श्री हर राय श्री हरे कृष्ण मनाओ तेग बहादुर परम वाहिगुरु परम श्री गुरु गोबिंद तरो तरा पर पुन पुन सीसा जे पुन पुन सीसा बंदो बार बार जगदीसा कंकारा गुरु ते
ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਨਾਮ ਬਿਕੈ ਜਿਨ ਲਿਵ ਲਗੀ, ਹਉਮੈ ਸਰਬ ਨਸਾਏ। ਤਿਨ ਸੰਤਨ ਬੰਧੋਂ ਚਰਨ, ਉਚਰੋਂ ਕਥਾ ਬਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਆਪ ਜੀ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ, ਸਤਿਗੁਰਾਂ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ। ਗਰੀਬ ਨਵਾਜ ਦਇਆਨੰਦ ਸੁਆਮੀ ਜੀ ਇੱਕ ਨਗਰ ਵਿੱਚ ਆਏ ਨੇ, ਜਿਸ ਨਗਰ ਦਾ ਨਾਮ ਦੀਪਾਲਪੁਰ ਹੈ। ਨਗਰ ਨਿਵਾਸੀਆਂ ਨੇ ਸਤਿਗੁਰਾਂ ਨੂੰ ਨਗਰ ਵਿੱਚ ਟਿਕਾਣਾ ਨਹੀਂ ਕਰਨ ਦਿੱਤਾ। ਰਾਤ ਦਾ ਸਮਾਂ ਸਤਿਗੁਰੂ ਜੀ ਨਗਰ ਤੋਂ ਬਾਹਰ ਇੱਕ ਕੁਟੀਆ ਵਿੱਚ ਆਏ ਨੇ, ਜਿਹਦੇ ਵਿੱਚ ਇੱਕ ਕੁਸ਼ਤੀ ਹੈ, ਕੋੜੀ ਹੈ। ਕੋੜੀ ਆਪਣੇ ਸਰੀਰ ਦੇ ਕੁਸ਼ਟ ਕਰਕੇ ਬੜਾ ਭਿਆਨਕ ਦਰਦ ਨਾਲ ਬੇਬਲ ਹੈ। ਸਾਰੀ ਰਾਤ ਹਾਏ ਹਾਏ ਕਰਦਾ ਰਿਹਾ, ਨਾਲੇ ਪੁੱਛਦਾ ਮਹਾਰਾਜ ਆਪ ਜੀ ਇੱਥੇ ਕਿਵੇਂ? ਮੇਰੇ ਕੋਲ ਤਾਂ ਜਾਨਵਰ ਵੀ ਆਉਣ ਤੋਂ ਸੰਕੋਚ ਕਰਦੇ ਨੇ, ਇਤਨੀ ਬਦਬੂ ਤੇ ਇਤਨੀ ਭਿਆਨਕ ਮੇਰੀ ਦਸ਼ਾ ਹੈ। ਇਹਨੂੰ ਬੇਬਲ ਹੋਇਆ ਵੇਖ ਕੇ ਸਤਿਗੁਰੂ ਜੀ ਨੇ ਜੀਵਾਂ ਦੇ ਅੰਦਰ ਦੀ ਦਸ਼ਾ, ਜੋ ਮਨੁੱਖ ਵਿਕਾਰਾਂ ਵਿੱਚ ਤਪ ਰਹੇ ਨੇ, ਉਹਨਾਂ ਦੀ ਦਸ਼ਾ ਸਤਿਗੁਰਾਂ ਨੇ ਆਪਣੀ ਬਾਣੀ ਵਿੱਚ ਬਿਆਨ ਕੀਤੀ। ਧਨਾਸਰੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਜਿਨ ਕਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਇਹ ਪਾਵਨ ਸ਼ਬਦ ਜਿਸ ਵੇਲੇ ਸਤਿਗੁਰਾਂ ਨੇ ਉਚਾਰਨ ਕੀਤਾ, ਸੁਣਦਿਆਂ ਸਾਰ ਕੋੜੀ ਦਾ ਰੋਗ ਰਾਜੀ ਹੋ ਗਿਆ। ਨਗਰ ਨਿਵਾਸੀਆਂ ਨੂੰ ਪਤਾ ਲੱਗਾ, ਦੀਪਾਲਪੁਰ ਦੇ ਨਗਰ ਦੇ ਲੋਕ ਗੁਰੂ ਸ਼ਰਨ ਚ ਆ ਕੇ ਆਪਣੀ ਭੁੱਲ ਬਖਸ਼ਾਉਂਦੇ ਹਨ। ਸਤਿਗੁਰਾਂ ਦੀ ਚਰਨ ਪੌਲ ਲੈ ਕੇ ਸਭ ਨੇ ਸਿੱਖੀ ਧਾਰਨ ਕੀਤੀ। ਸਤਿਗੁਰੂ ਜੀ ਨੇ ਧਰਮਸ਼ਾਲਾ ਬਣਾ ਕੇ ਦੋਵੇਂ ਵੇਲੇ ਉਸ ਧਰਮਸ਼ਾਲਾ ਵਿੱਚ ਕਥਾ ਕੀਰਤਨ ਦੇ ਪ੍ਰਵਾਹ ਚਲਾਉਣ ਦਾ ਹੁਕਮ ਕੀਤਾ। ਸੱਚੇ ਨਾਮ ਦੇ ਜਾਪ ਦਾ ਜਪਣ ਦਾ ਹੁਕਮ ਕੀਤਾ ਹੈ। ਔਰ ਇਸ ਨਗਰ ਦੇ ਨਿਵਾਸੀਆਂ ਨੂੰ ਤਾਰ ਕੇ ਸਤਿਗੁਰੂ ਜੀ ਦੀਪਾਲਪੁਰ ਤੋਂ ਅੱਗੇ ਵਧੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ
ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਾਮ ਬਿਕੈ ਜਿਨ ਲਿਵ ਲਗੀ ਹਉਮੈ ਸਰਬ ਨਸਾਏ। 26ਵਾਂ ਅਧਿਆਏ ਸ਼੍ਰੀ ਨਾਨਕ ਪ੍ਰਕਾਸ਼ ਦੇ ਉੱਤਰਾਰਧ ਹਿੱਸੇ ਦਾ ਪ੍ਰਾਰੰਭ ਹੋ ਰਿਹਾ ਹੈ। ਅਧਿਆਏ ਆਰੰਭਣ ਤੋਂ ਪਹਿਲਾਂ ਮਰਿਆਦਾ ਹੈ ਕਿ ਮੰਗਲਾਚਰਨ ਕਰਨਾ। ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸੰਤ ਜਨਾਂ ਦਾ ਮੰਗਲਾਚਰਨ ਕਰ ਰਹੇ ਹਨ। ਕਿਹੜੇ ਸੰਤ ਜਨ? ਜਿਨ੍ਹਾਂ ਬਾਰੇ ਦੱਸਦੇ ਨੇ ਕਿ ਜਿਨ੍ਹਾਂ ਸੰਤ ਜਨਾਂ ਨੇ ਆਪਣੇ ਹਿਰਦੇ ਚੋਂ ਹਉਮੈ ਨੂੰ ਨਸਾ ਦਿੱਤਾ ਹੈ, ਜਿਨ੍ਹਾਂ ਦੇ ਹਿਰਦੇ ਚੋਂ ਹਉਮੈ ਦਾ ਰੋਗ ਚਲਾ ਗਿਆ ਹੈ, ਔਰ ਜਿਹੜੇ ਸੰਤ ਜਨ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨਾਲ ਲਿਵ ਲਾਉਂਦੇ ਹਨ, ਜਿਨ੍ਹਾਂ ਦੇ ਹਿਰਦਿਆਂ 'ਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਲਿਵ ਲੱਗੀ ਹੋਈ ਹੈ। ਤਿਨ ਸੰਤਨ ਬੰਦੋਂ ਚਰਨ ਉਚਰੋਂ ਕਥਾ ਬਨਾਏ। ਨਾਮ 'ਚ ਜਿਨ੍ਹਾਂ ਸੰਤ ਜਨਾਂ ਦੀ ਲਿਵ ਲੱਗੀ ਹੈ, ਐਸੇ ਸੰਤ ਜਨਾਂ ਦੇ ਚਰਨਾਂ ਤੇ ਮੈਂ ਬੰਦਨਾ ਕਰਦਾ ਹਾਂ। ਐਸੇ ਸੰਤ ਜਨਾਂ ਨੂੰ ਮੈਂ ਨਮਸਕਾਰ ਕਰਦਾ ਹਾਂ, ਔਰ ਨਮਸਕਾਰ ਕਰਕੇ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਜੋ ਪਾਵਨ ਅੰਮ੍ਰਿਤ ਕਥਾ ਹੈ, ਅੰਮ੍ਰਿਤ ਕਥਾ ਨੂੰ ਆਪਣੀ ਰਸਨਾ ਤੋਂ ਉਚਾਰਦਾ ਹਾਂ। ਚੋਪਈ ਕਹਿ ਬਾਲਾ ਸ਼੍ਰੀ ਅੰਗਦ ਸੁਨੀਏ। ਇਹ ਸਾਰਾ ਇਤਿਹਾਸ ਬ੍ਰਹਮ ਗਿਆਨੀ ਭਾਈ ਬਾਲਾ ਜੀ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਖਡੂਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਮਾਲਖਾੜਾ ਸਾਹਿਬ ਵਿਖੇ ਸਰਵਣ ਕਰਵਾ ਰਹੇ ਹਨ। ਇਸ ਕਰਕੇ ਗੁਰੂ ਅੰਗਦ ਸਾਹਿਬ ਨੂੰ ਸੰਬੋਧਨ ਕਰਕੇ ਕਹਿੰਦੇ ਭਾਈ ਬਾਲਾ ਜੀ, ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਸੁਣੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਕਥਾ। ਰੁਚਰ ਕਥਾ ਗੁਣ ਗਨ ਯੁਤ ਗੁਨੀਏ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਥਾ ਬੜੀ ਰੁਚਰ ਸੁੰਦਰ ਹੈ, ਜਿਹਦੇ 'ਚ ਸਾਰੇ ਗੁਣ ਨੇ। ਗੁਣਾਂ ਦੇ ਸਹਿਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਭਰੀ ਹੋਈ ਹੈ। ਜਦੋਂ ਕੋਈ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਥਾ ਨੂੰ ਸੁਣਦਾ ਹੈ, ਜਿਹੜੇ ਗੁਣ ਸਤਿਗੁਰਾਂ ਦੀ ਕਥਾ ਵਿੱਚ ਵਰਣਨ ਕੀਤੇ ਜਾਂਦੇ ਨੇ, ਉਹ ਸਰੋਤਿਆਂ ਵਿੱਚ ਸਹਿਜੇ ਸਹਿਜੇ ਵਸਣ ਲੱਗ ਪੈਂਦੇ ਹਨ। ਉਹ ਗੁਣ ਉਹਨਾਂ ਦੇ ਹਿਰਦੇ 'ਚ ਆਉਣ ਲੱਗ ਪੈਂਦੇ ਨੇ, ਜਿਹੜੇ ਗੁਣ ਸਤਿਗੁਰਾਂ ਦੀ ਕਥਾ ਵਿੱਚ ਵਰਣਨ ਕੀਤੇ ਜਾਂਦੇ ਹਨ। ਮਾਰਗ ਚਲੇ ਜਾਏ ਗਤ ਦਾਈ। ਮੁਕਤੀ ਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀਪਾਲਪੁਰ ਨਗਰ ਦੇ ਜੀਵਾਂ ਦਾ ਉਧਾਰ ਕਰਕੇ ਇੱਥੋਂ ਅੱਗੇ ਨੂੰ ਵਧੇ ਹਨ। ਗੋਬਿੰਦ ਲੋਕ ਮਿਲੇ ਕਛ ਆਈ। ਰਸਤੇ 'ਚ ਜਾਂਦਿਆਂ ਜਾਂਦਿਆਂ ਇਕਾਂਤ ਵਿੱਚ ਕੁਝ ਸੰਤ ਜਨ, ਗੋਬਿੰਦ ਲੋਕ ਦਾ ਮਤਲਬ ਹੈ ਜਿਹੜੇ ਪਰਮੇਸ਼ਰ ਦੇ ਪਿਆਰੇ ਅਕਾਲ ਪੁਰਖ ਦੇ ਭਗਤ ਸੰਤ, ਉਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਰਸਤੇ 'ਚ ਮਿਲੇ। ਕੁਝ ਸੰਤ ਜਨਾਂ ਦੀ ਟੋਲੀ ਸੀ, ਕਿਉਂਕਿ ਬਹੁਤ ਸਾਰੇ ਸੰਤ ਜਨ ਅਕਸਰ ਟੋਲੀਆਂ ਬਣਾ ਕੇ, ਰਮਤ ਬਣਾ ਕੇ ਨਗਰਾਂ ਵਿੱਚ ਫਿਰਿਆ ਕਰਦੇ ਸਨ, ਜੀਵਾਂ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ ਕਰਦੇ ਸਨ। ਜਿਹੜੇ ਰੱਬ ਦੇ ਪਿਆਰੇ ਸੰਤ ਜਨ ਸਨ, ਉਹ ਆਪਣੇ ਡੇਰੇ ਬਣਾ ਕੇ ਨਹੀਂ ਸਨ ਬੈਠਦੇ, ਐਸੀ ਮਰਿਆਦਾ ਸੀ। ਉਹ ਕੁਝ ਸੰਤ ਜਨਾਂ ਦੀ ਟੋਲੀ ਸੀ, ਜਿਹੜੀ ਰਸਤੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲੇ। ਸਬਨ ਪਦਨ ਪਰ ਬੰਧਨ ਠਾਨੀ। ਉਹਨਾਂ ਸਾਰੇ ਸੰਤ ਜਨਾਂ ਨੂੰ ਪਤਾ ਲੱਗਾ ਵੀ ਇਹ ਗੁਰੂ ਨਾਨਕ ਪਾਤਸ਼ਾਹ ਨੇ। ਜਦੋਂ ਜਾਣਕਾਰੀ ਹੋਈ, ਉਹਨਾਂ ਸਾਰੇ ਸੰਤਾਂ ਨੇ, ਸਾਰਿਆਂ ਭਗਤਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਸੋਹਣੇ ਜਿਹੇ ਚਰਨ ਕਮਲਾਂ ਤੇ ਮੱਥਾ ਟੇਕਿਆ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸੁੰਦਰ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਬੈਠ ਗਏ ਉਚਰੀ ਮੁਖ ਬਾਣੀ। ਔਰ ਬੈਠ ਗਏ। ਵਿਚਾਰ ਹੋਣ ਲੱਗੀ, ਸੰਤ ਮਿਲੈ ਕੁਛ ਸੁਨੀਆਂ ਕਹੀਐ, ਮਿਲੈ ਅਸੰਤ ਮਸਤ ਕਰ ਰਹੀ ਹੈ। ਰੱਬ ਦੇ ਪਿਆਰੇ ਸੰਤ ਜਨਾਂ ਦਾ ਮੇਲਾ ਹੋਵੇ, ਉੱਥੇ ਕੁਝ ਕਹਿਣਾ ਸੁਣਨਾ ਚਾਹੀਦਾ, ਇਹ ਮਰਿਆਦਾ ਹੈ।
ਤੋ ਸਾਰੇ ਸੰਤ ਜਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਤ ਬੈਠ ਗਏ। ਰਾਵਰ ਸੁਜਸ ਸੁਨਾ ਸਭ ਥਾਈ। ਉਹਨਾਂ ਸੰਤਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਗਰੀਬ ਨਵਾਜ ਸਤਿਗੁਰੂ, ਹੇ ਇਸ ਮਾਤ ਲੋਕ ਦੀ ਧਰਤੀ ਤੇ ਅਵਤਰਤ ਹੋਏ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ, ਅਸੀਂ ਤੁਹਾਡੀ ਬੜੀ ਮਹਿਮਾ ਸੁਣੀ ਹੈ, ਤੁਹਾਡਾ ਬਹੁਤ ਸਾਰਿਆਂ ਗੁਰਮੁਖਾਂ ਪਿਆਰਿਆਂ ਭਗਤਾਂ ਕੋਲੋਂ ਸੁਜਸ ਸੁਣਿਆ ਹੈ। ਕੀਰਤ ਪਸਰ ਰਹੀ ਅਧਿਕਾਈ। ਮਹਾਰਾਜ ਜੀ ਤੁਹਾਡੀ ਕੀਰਤੀ ਸਾਰੇ ਜਗਤ ਵਿੱਚ ਪਸਰ ਰਹੀ ਹੈ, ਤੁਹਾਡੀ ਵਡਿਆਈ, ਤੁਹਾਡੀ ਸੋਭਾ, ਤੁਹਾਡੀ ਮਹਿਮਾ ਘਰ ਘਰ ਵਿੱਚ ਪ੍ਰਗਟ ਹੋ ਰਹੀ ਹੈ। ਜਹਤ ਮਿਲਾਪ ਬਿਤਿਓ ਕਿਤ ਕਾਲਾ। ਮਹਾਰਾਜ ਜੀ ਅਸੀਂ ਸਾਰੇ ਚਾਹੁੰਦੇ ਸੀ ਕਿ ਕਦੇ ਤੁਹਾਡੇ ਨਾਲ ਸਾਡਾ ਮਿਲਾਪ ਹੋਵੇ, ਅਸੀਂ ਕਦੇ ਤੁਹਾਡੀ ਸੰਗਤ ਕਰੀਏ, ਤੁਹਾਡੇ ਨਾਲ ਮਿਲੀਏ, ਇਹ ਸਾਡੇ ਸਾਰਿਆਂ ਦੇ ਮਨਾਂ ਦੀ ਇੱਛਾ ਸੀ, ਕਾਮਨਾ ਸੀ। ਅਕਸ ਮਾਤਰ ਅਬ ਮਿਲੇ ਕਿਰਪਾਲਾ। ਸਾਡੇ ਕਰਮ ਚੰਗੇ ਸਨ ਕਿ ਅੱਜ ਅਕਸ ਮਾਤਰ ਆਪ ਜੀ ਦਾ ਮਿਲਾਪ ਹੋ ਗਿਆ। ਅਸੀਂ ਸਾਰੇ ਚਾਹੁੰਦੇ ਸੀ ਤੁਹਾਨੂੰ ਮਿਲਣਾ। ਮਹਾਰਾਜ ਤੁਸੀਂ ਸਾਡੇ ਤੇ ਤਰਸ ਕੀਤਾ, ਦਇਆ ਕੀਤੀ ਹੈ। ਅੱਜ ਅਕਸ ਮਾਤਰ ਆਪ ਜੀ ਨੇ ਆਪਣੇ ਦਰਸ਼ਨ ਦੇ ਕੇ ਸਾਨੂੰ ਕਿਰਤਾਰਥ ਕੀਤਾ ਹੈ। ਕਰਨ ਸੰਭਾਖਣ ਰਾਵਰ ਸਾਥਾ। ਮਹਾਰਾਜ ਜੀ ਸਾਡਾ ਮਨ ਸੀ ਕਿ ਜਦੋਂ ਤੁਸੀਂ ਮਿਲੋਗੇ ਅਸੀਂ ਤੁਹਾਡੇ ਨਾਲ ਗੋਸ਼ਟ ਕਰਾਂਗੇ। ਗੋਸ਼ਟ ਦਾ ਮਤਲਬ ਵਿਚਾਰ ਚਰਚਾ ਕਰਾਂਗੇ। ਆਪਣੇ ਮਨਾਂ ਦੇ ਕੁਝ ਸਵਾਲ ਨੇ, ਉਹਨਾਂ ਸਵਾਲਾਂ ਦੇ ਜਵਾਬ ਤੁਹਾਡੇ ਕੋਲੋਂ ਲਵਾਂਗੇ ਜਗਿਆਸਾ ਦੇ ਨਾਲ। ਇਹ ਸਾਡੇ ਸਾਰਿਆਂ ਦੇ ਮਨਾਂ ਦੀ ਇੱਛਾ ਸੀ, ਤਾਂਗ ਸੀ ਅੱਜ ਅਕਸ ਮਾਤਰ ਆਪ ਜੀ ਦੇ ਨਾਲ ਸਾਡਾ ਮਿਲਾਪ ਹੋਇਆ ਹੈ। ਬੂਜਨ ਚੈ ਪ੍ਰਭੂ ਕੀ ਗਾਥਾ। ਮਹਾਰਾਜ ਜੀ ਅਸੀਂ ਰੱਬ ਦੇ ਘਰ ਦੀ ਗਾਥਾ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਸੀ ਜਦੋਂ ਗੁਰੂ ਨਾਨਕ ਸਾਹਿਬ ਮਿਲਣਗੇ ਤਾਂ ਉਹਨਾਂ ਕੋਲੋਂ ਨਿਰੰਕਾਰ ਦੇ ਘਰ ਦੀ ਗਾਥਾ ਸੁਣਾਂਗੇ। ਜੇ ਆਇਸ ਤੁਮ ਦਿਓ ਗੁਸਾਈ। ਮਹਾਰਾਜ ਜੇ ਤੁਹਾਡੀ ਆਗਿਆ ਹੋਵੇ, ਮਹਾਰਾਜ ਜੇ ਤੁਸੀਂ ਆਗਿਆ ਦੇਵੋ, ਕਰੇ ਆਪਣੋ ਪ੍ਰਸ਼ਨ ਬਨਾਈ। ਅਸੀਂ ਆਪਣੇ ਪ੍ਰਸ਼ਨ, ਆਪਣੇ ਸਵਾਲ ਤੁਹਾਡੇ ਕੋਲ ਕਰਾਂਗੇ ਮਹਾਰਾਜ ਜੇ ਤੁਹਾਡੀ ਆਗਿਆ ਹੋਵੇਗੀ। ਬਿਨਾਂ ਤੁਹਾਡੀ ਆਗਿਆ ਤੋਂ ਨਹੀਂ। ਸਾਡੇ ਮਨਾਂ 'ਚ ਪਰਮੇਸ਼ਰ ਦੇ ਸੰਬੰਧੀ ਸਵਾਲ ਨੇ। ਅਸੀਂ ਨਿਰੰਕਾਰ ਪਰਮੇਸ਼ਰ ਦੇ ਘਰ ਦੀ ਕੁਝ ਗਾਥਾ ਤੁਹਾਡੇ ਕੋਲੋਂ ਪੁੱਛਣੀ ਹੈ। ਜੇ ਤੁਸੀਂ ਆਗਿਆ ਕਰੋ ਤੇ ਅਸੀਂ ਪੁੱਛੀਏ। ਸੁਨ ਕਰ ਸ੍ਰੀ ਗੁਰ ਗਿਰਾ ਉਚਾਰੀ। ਇਹਨਾਂ ਸੰਤ ਜਨਾਂ ਦੀ ਬੇਨਤੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸੁਣੀ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਤੁਮ ਬੂਜਨ ਪਰ ਹਾਂ ਬਲਿਹਾਰੀ। ਮਹਾਰਾਜ ਜੀ ਕਹਿਣ ਲੱਗੇ ਤੁਹਾਡੇ ਪੁੱਛਣੇ ਤੇ ਅਸੀਂ ਬਲਿਹਾਰ। ਮਹਾਰਾਜ ਜੀ ਕਹਿੰਦੇ ਵੇਖੋ ਸਤਿਗੁਰੂ ਨਾ ਮਹਾਂਪੁਰਸ਼ਾਂ ਦਾ ਕਿਵੇਂ ਸਤਿਕਾਰ ਕਰਦੇ। ਕਹਿੰਦੇ ਤੁਸੀਂ ਪੁੱਛੋ, ਤੁਹਾਡੇ ਪੁੱਛਣ ਤੋਂ ਅਸੀਂ ਬਲਿਹਾਰ ਜਾਈਏ। ਕਿਉਂ ਨਾ ਪੁੱਛੋ, ਜ਼ਰੂਰ ਪੁੱਛੋ, ਤੁਹਾਡੇ ਪੁੱਛਣੇ ਤੋਂ ਬਲਿਹਾਰ। ਜਾਂ ਤੇ ਭਇਓ ਪ੍ਰੇਮ ਅਬਿਰਾਮੋ। ਕਿ ਤੁਹਾਡੇ ਹਿਰਦਿਆਂ ਵਿੱਚ ਉਸ ਪਰਮੇਸ਼ਰ ਦਾ ਪ੍ਰੇਮ ਵਸਦਾ ਹੈ ਤੇ ਤੁਸੀਂ ਉਸ ਪਰਮੇਸ਼ਰ ਸੰਬੰਧੀ ਕੁਝ ਪੁੱਛੋ, ਬੋਲੋ, ਤੇ ਅਸੀਂ ਕਿਉਂ ਨਾ ਆਗਿਆ ਦਈਏ। ਆਗਿਆ ਹੈ, ਤੁਸੀਂ ਜ਼ਰੂਰ ਪੁੱਛੋ। ਤੁਹਾਡੇ ਹਿਰਦਿਆਂ 'ਚ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰੇਮਾ ਭਗਤੀ ਹੈ। ਹਰ ਚਰਚਾ ਭਗਤਨ ਕੋ ਕਾਮੋ। ਨਾਲੇ ਭਗਤਾਂ ਦਾ ਕੰਮ ਹੀ ਹੈ ਹਰੀ ਚਰਚਾ। ਕੋਈ ਪੁੱਛੇ ਵੀ ਭਗਤਾਂ ਦਾ ਕੰਮ ਕੀ? ਵਪਾਰੀ ਦਾ ਕੰਮ ਹੁੰਦਾ ਵਪਾਰ ਕਰਨਾ, ਦੁਕਾਨਦਾਰ ਦਾ ਕੰਮ ਹੁੰਦਾ ਦੁਕਾਨਦਾਰੀ ਕਰਨੀ, ਕਿਸਾਨ ਦਾ ਕੰਮ ਹੁੰਦਾ ਕਿਰਸਾਨੀ ਕਰਨੀ, ਤੇ ਜਿਹੜੇ ਰੱਬ ਦੇ ਪਿਆਰੇ ਭਗਤ ਨੇ ਉਹਨਾਂ ਦਾ ਕੰਮ ਕੀ ਹੈ? ਮਹਾਰਾਜ ਜੀ ਕਹਿੰਦੇ ਉਹਨਾਂ ਦਾ ਕੰਮ ਹੈ ਹਰੀ ਦੀ ਚਰਚਾ ਕਰਨੀ। ਉਹਨਾਂ ਦਾ ਇੱਕੋ ਹੀ ਕੰਮ ਹੈ, ਹਰ ਚਰਚਾ, ਪਰਮੇਸ਼ਰ ਦੀ ਚਰਚਾ, ਅਕਾਲ ਪੁਰਖ ਦੇ ਸੰਬੰਧ ਦੀਆਂ ਵਡਿਆਈਆਂ, ਪਰਮੇਸ਼ਰ ਦੀਆਂ ਸਿਫਤਾਂ। ਮਹਾਰਾਜ ਜੀ ਕਹਿੰਦੇ ਹਰੀ ਭਗਤਾਂ ਦਾ ਕੰਮ ਹੀ ਇਹ ਹੈ ਕਿ ਹਰੀ ਚਰਚਾ ਕਰਨੀ। ਇਸ ਬਿਦ ਸਫਲੀ ਘੜੀ ਬਿਹਾਵੇ। ਜਦੋਂ ਤੁਸੀਂ ਸਾਡੇ ਨਾਲ ਬਹਿ ਕੇ ਹਰੀ ਚਰਚਾ ਕਰੋਗੇ, ਹੇ ਸੰਤ ਜਨੋ, ਇਹ ਘੜੀਆਂ ਸਫਲ ਹੋਣਗੀਆਂ,
ਇਹ ਘੜੀਆਂ ਪਵਿੱਤਰ ਹੋਣਗੀਆਂ, ਇਹ ਨਿਰੰਕਾਰ ਦੇ ਘਰ ਵਿੱਚ ਲੇਖੇ 'ਚ ਲੱਗਣਗੀਆਂ। ਗਿਆਨ ਕਥਾ ਕੋ ਸੁਨੇ ਸੁਨਾਵੇ। ਜੇ ਕੋਈ ਇਸ ਗਿਆਨ ਦੀ ਕਥਾ ਨੂੰ ਸੁਣਦਾ ਹੈ ਜਾਂ ਫਿਰ ਇਸ ਗਿਆਨ ਦੀ ਕਥਾ ਨੂੰ ਸੁਣਾਉਂਦਾ ਹੈ। ਦੋਹਰਾ ਸੰਤ ਕਏ ਕਰਤਾਰ ਜੋ ਕੈਸੇ ਤਾਏ ਬਣਾਏ। ਮਹਾਰਾਜ ਜੀ ਕਹਿੰਦੇ ਗਿਆਨ ਦੀ ਕਥਾ ਸੁਣਾਣੀ ਤੇ ਸੁਣਨੀ, ਜਿਹਦੇ ਵਿੱਚ ਸਮਾਂ ਲੰਘਦਾ, ਜਿਹੜਾ ਘੜੀਆਂ ਆ ਜਿਹੜੀਆਂ ਸਤਸੰਗ ਦੀਆਂ ਘੜੀਆਂ ਨੇ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸਫਲੀਆਂ ਹੁੰਦੀਆਂ ਸੰਤ ਜੀ। ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਅੱਗੋਂ ਨਾ ਸੰਤ ਜਨਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਕਰਤਾਰ ਦਾ ਸਰੂਪ ਵਰਣਨ ਕਰਕੇ ਸੁਣਾਓ ਸਾਨੂੰ, ਕਿ ਕਰਤਾਰ ਦਾ ਜਿਹੜਾ ਬਣਾਓ ਹੈ, ਉਹਦਾ ਜੋ ਸਵਰੂਪ ਹੈ ਕਰਤਾਰ ਦਾ, ਉਹ ਕੈਸਾ ਹੈ। ਰੂਪ ਰੰਗ ਜਸ ਚੈਨ ਹੈ ਸੋ ਤੁਮ ਦਿਓ ਸੁਨਾਏ। ਉਸ ਕਰਤਾਰ ਦਾ ਕਿਹੋ ਜਿਹਾ ਰੂਪ ਹੈ, ਉਹਦਾ ਕਿਹੋ ਜਿਹਾ ਰੰਗ ਹੈ, ਉਹਦੇ ਕਿਹੋ ਜਿਹੇ ਚਿੰਨ੍ਹ ਚੱਕਰ ਨੇ, ਆਪ ਜੀ ਕਿਰਪਾ ਕਰਕੇ ਸਾਨੂੰ ਸਰਵਣ ਕਰਾਓ। ਮਹਾਰਾਜ ਪੁੱਛੋ ਸੰਤ ਮੇਰਾ ਠਾਕੁਰ ਕੈਸਾ, ਦੱਸੋ ਮਹਾਰਾਜ ਸਾਡਾ ਉਹ ਠਾਕੁਰ ਸੁਆਮੀ ਕਿਹੋ ਜਿਹਾ ਹੈ, ਉਹਦਾ ਰੂਪ ਕੈਸਾ ਹੈ, ਉਹਦਾ ਰੰਗ ਕੈਸਾ ਹੈ, ਉਹਦੇ ਚਿਹਰੇ, ਉਹਦੇ ਹੱਥਾਂ ਪੈਰਾਂ ਦੇ ਚਿੰਨ੍ਹ ਨਿਸ਼ਾਨੀਆਂ ਚੱਕਰ ਕੀ ਹਨ, ਆਪ ਜੀ ਕਿਰਪਾ ਕਰਕੇ ਸਾਨੂੰ ਸਰਵਣ ਕਰਾਓ। ਜੋ ਪਈ ਸਭ ਪਰਮਾਨ ਬਤਾਵੋ ਤੈ ਕੋ। ਪਰਮੇਸ਼ਰ ਦੇ ਸਰਬ ਪ੍ਰਮਾਣ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ। ਸੁਰ ਨਰ ਖੋਜਤ ਫਿਰਹੀ ਜੈ ਕੋ। ਜਿਸ ਪਰਮੇਸ਼ਰ ਨੂੰ ਦੇਵਤੇ, ਮਨੁੱਖ ਤੇ ਵੱਡੇ ਵੱਡੇ ਰਿਸ਼ੀ ਖੋਜ ਰਹੇ ਨੇ, ਲੱਭ ਰਹੇ ਨੇ, ਮਹਾਰਾਜ ਉਸ ਪ੍ਰਭੂ ਦੇ ਸੰਬੰਧ ਵਿੱਚ ਆਪ ਜੀ ਕਿਰਪਾ ਕਰਕੇ ਸਾਨੂੰ ਸੁਣਾਓ। ਕਿਸ ਪ੍ਰਕਾਰ ਸੋ ਉਤਪਤ ਭਇਓ। ਉਹ ਪਰਮੇਸ਼ਰ ਕਿਸ ਪ੍ਰਕਾਰ ਉਤਪਤ ਹੋਇਆ ਹੈ, ਕਿਵੇਂ ਉਤਪੰਨ ਹੋਇਆ ਹੈ, ਆਪ ਜੀ ਕਿਰਪਾ ਕਰਕੇ ਦੱਸੋ। ਕਿਦੋਂ ਆਪ ਹੀ ਤੇ ਬਨ ਗਇਓ। ਉਹ ਕਿਸੇ ਪ੍ਰਕਾਰ ਉਤਪੰਨ ਹੋਇਆ ਹੈ ਜਾਂ ਉਹ ਆਪਣੇ ਆਪ ਹੀ ਬਣ ਗਿਆ, ਉਹਨੂੰ ਕਿਸੇ ਨੇ ਬਣਾਇਆ, ਕਿਸੇ ਪ੍ਰਕਾਰ ਨਾਲ ਉਹ ਪੈਦਾ ਹੋਇਆ, ਜਾਂ ਫਿਰ ਤੁਮ ਹੋ ਮਿਲੇ ਭੇਵ ਸਭ ਜਾਨੋ। ਮਹਾਰਾਜ ਤੁਸੀਂ ਉਸ ਕਰਤਾਰ ਨੂੰ ਮਿਲੇ ਹੋਏ ਹੋ, ਇਸ ਕਰਕੇ ਉਸ ਕਰਤਾਰ ਦਾ ਸਾਰਾ ਭੇਦ, ਸਾਰਾ ਰਹੱਸ ਉਹ ਤੁਸੀਂ ਜਾਣਦੇ ਹੋ। ਪਰਾ ਉਰਾ ਲਖ ਲਈਤ ਪਛਾਨੋ। ਪਰਾ ਉਰਾ ਇਧਰਲਾ ਪਾਸਾ ਤੇ ਪਾਰਲਾ ਪਾਸਾ, ਤੁਸੀਂ ਉਰਾਰ ਪਾਰ ਨੂੰ ਜਾਣਨ ਵਾਲੇ ਹੋ। ਸੁਨ ਗੁਣ ਖਾਨੀ ਉਚਰੀ ਬਾਣੀ। ਗੁਣਾਂ ਦੀ ਖਾਨ ਸਤਿਗੁਰੂ ਜੀ ਨੇ ਜਦੋਂ ਇਹਨਾਂ ਸੰਤ ਜਨਾਂ ਦੀ ਇਹ ਬੇਨਤੀ ਸੁਣੀ, ਸੁਣ ਕੇ ਸਤਿਗੁਰੂ ਦਇਆਨੰਦ ਸੁਆਮੀ ਜੀ ਬੋਲੇ, ਆਹੋ ਸੰਤ ਤੈ ਅੰਤ ਨ ਜਾਣੀ। ਮਹਾਰਾਜ ਜੀ ਕਹਿਣ ਲੱਗੇ, ਹੇ ਸੰਤ ਜਨੋ, ਉਸ ਕਰਤਾਰ ਦਾ ਅੰਤ ਨਹੀਂ ਜਾਣਿਆ ਜਾ ਸਕਦਾ। ਉਹ ਅੰਤ ਤੋਂ ਪਰੇ ਹੈ, ਬੇਅੰਤ ਹੈ। ਤੂੰ ਬੇਅੰਤ ਕੋ ਵਿਰਲਾ ਜਾਣੈ, ਉਹਦਾ ਅੰਤ ਨਹੀਂ ਹੈ, ਉਹ ਅੰਤ ਤੋਂ ਪਰੇ ਹੈ। ਕਹਿਨ ਬੇਅੰਤ ਅੰਤ ਇਹ ਆਹੀ। ਉਹਨੂੰ ਬੇਅੰਤ 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 ਕਹਿਣਾ ਇਹੀ ਉਹਦਾ ਅੰਤ ਹੈ। ਮਹਾਰਾਜ ਜੀ ਕਹਿੰਦੇ ਉਹਦਾ ਅੰਤ ਨਹੀਂ ਉਹਦਾ, ਉਹਨੂੰ ਬੇਅੰਤ ਕਹਿਣਾ ਹੀ ਉਹਦਾ ਅੰਤ ਹੈ। ਕਲਗੀਧਰ ਜੀ ਦੇ ਬਚਨ ਨੇ, ਬੇਅੰਤ 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 ਕੋ ਕਰੰਤ ਪਾਠ ਪੇਖੀਐ, ਸਿਤ ਸੁਤੀ ਤਪਸਪਤੀ ਬਨਸਪਤੀ ਬਸੇਖੀਐ। ਪਰਮੇਸ਼ਰ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ, ਉਹਨੂੰ ਬੇਅੰਤ ਕਹਿਣਾ ਇਹੀ ਉਹਦਾ ਅੰਤ ਹੈ। ਔਰ ਨ ਤੈ ਕੋ ਜਾਣਿਓ ਜਾਹੀ। ਹੋਰ ਕੋਈ ਉਹਦਾ ਅੰਤ ਨਹੀਂ ਜਾਣਿਆ ਜਾਂਦਾ। ਅੰਤ ਨਾ ਸਿਫਤੀ ਕਹਿਣ, ਨਾ ਅੰਤ, ਅੰਤ ਨਾ ਕਰਨਾ। ਉਹਦੇ ਪਰਮੇਸ਼ਰ ਦੇ ਸਰੂਪ ਬਾਰੇ ਕਿਵੇਂ ਤੁਸੀਂ ਅੰਤ ਪਾ ਸਕਦੇ ਹੋ? ਉਹਦੀਆਂ ਸਿਫਤਾਂ ਕਰਕੇ ਉਹਦਾ ਅੰਤ ਨਹੀਂ, ਉਹਦੀਆਂ ਵਡਿਆਈਆਂ ਕਰਕੇ ਸੁਣੀ ਜਾਈਏ ਤਾਂ ਵੀ ਉਹਦਾ ਅੰਤ ਨਹੀਂ, ਉਹ ਬੇਅੰਤ ਹੈ। ਹਾਂਜੀ, ਦਵਾਦਸ਼ ਮਾਸ ਬਰਖ ਹੈ ਜੋਈ। ਮਹਾਰਾਜ ਜੀ ਹੁਣ ਦੱਸਦੇ ਕੈਸਾ ਬੇਅੰਤ
ਇਹ ਦੱਸਦੇ ਨੇ ਕੈਸੀ ਬੇਅੰਤਤਾ ਆਈ ਹੈ। ਕਹਿੰਦੇ ਸਾਡੇ 12 ਸਾਲ ਬੀਤ ਜਾਣ ਇਸ ਧਰਤੀ ਤੇ। 12 ਸਾਲਾਂ ਦਾ ਸਮਾਂ ਜਦੋਂ ਸਾਡਾ ਇਸ ਧਰਤੀ ਤੇ ਬੀਤਦਾ ਹੈ, ਨਿਸ ਦਿਨ ਏਕ ਸੁਰਨ ਕੋ ਸੋਈ। ਜਿਹੜੇ ਦੇਵਤੇ ਨੇ ਦੇਵਪੁਰੀ ਚ, ਸਵਰਗਪੁਰੀ ਵਿੱਚ, ਉਹਨਾਂ ਦਾ ਇੱਕ ਦਿਨ ਤੇ ਇੱਕ ਰਾਤ ਬੀਤਦਾ, ਸਾਡੇ 12 ਸਾਲ ਬੀਤਦੇ ਹੈ। ਇੰਨਾ ਫਰਕ ਹੈ। ਇਹ ਗੱਲ ਤਾਂ ਹੁਣ ਅੱਜ ਕੱਲ ਸਾਇੰਸ ਵੀ ਕਹਿੰਦੀ ਹੈ ਕਿ ਜਿਹੜੇ ਹੋਰ ਗ੍ਰਹਿ ਨੇ ਇਸ ਧਰਤੀ ਤੋਂ ਇਲਾਵਾ, ਉੱਥੇ ਦਿਨ, ਉੱਥੋਂ ਦਾ ਸਮਾਂ ਇਸ ਧਰਤੀ ਨਾਲੋਂ ਬਹੁਤ ਵਿਸ਼ਾਲ ਹੈ। ਇੱਥੇ 6-6 ਮਹੀਨਿਆਂ ਦਾ ਸਮਾਂ ਬੀਤ ਜਾਂਦਾ, ਉੱਥੇ ਇੱਕ ਦਿਨ ਹੀ ਬੀਤਦਾ ਹੈ। ਇਸੇ ਤਰ੍ਹਾਂ ਦੇਵਪੁਰੀ ਦੇ ਵਿੱਚ ਜਿਹੜੇ ਦੇਵਤੇ ਨੇ, ਸਾਡੇ 12 ਸਾਲ ਬੀਤ ਜਾਣ ਤਾਂ ਉਹਨਾਂ ਦਾ ਇੱਕ ਦਿਨ ਤੇ ਇੱਕ ਰਾਤ ਬੀਤਦੀ ਹੈ। ਦ્વੈ ਸਹੰਸਰ ਜੁਗ ਸੁਰ ਕੋ ਹੋਏ। ਤੇ 2 ਯੁੱਗ, ਹਾਂਜੀ, ਦ્વੈ ਸਹੰਸਰ ਜੁਗ ਸੁਰ ਕੋ ਹੋਏ। ਕਹਿੰਦੇ 2000 ਯੁੱਗ ਦਾ ਸਮਾਂ ਜਦੋਂ ਦੇਵਤਿਆਂ ਦਾ ਬੀਤਦਾ ਹੈ, ਬ੍ਰਹਮੇ ਕੋ ਨਿਸ ਦਿਨ ਹੈ ਸੋਏ। ਉਹਨਾਂ ਸਮਾਂ ਬ੍ਰਹਮਾ ਜੀ ਦਾ ਇੱਕ ਦਿਨ ਤੇ ਇੱਕ ਰਾਤ ਵਿੱਚ ਬੀਤਦਾ ਹੈ। ਯਾਨੀ ਕਿ 12 ਸਾਲ ਸਾਡੇ ਬੀਤਣ ਧਰਤੀ ਤੇ ਇੱਕ ਦਿਨ ਤੇ ਇੱਕ ਰਾਤ ਹੁੰਦੀ ਹੈ ਦੇਵਤਿਆਂ ਦੀ। ਦੇਵਤਿਆਂ ਦੇ 2000 ਯੁੱਗ ਬੀਤ ਜਾਣ, 2000 ਯੁੱਗ, ਤੇ ਇੰਨਾ ਸਮਾਂ ਇੱਕ ਦਿਨ ਤੇ ਇੱਕ ਰਾਤ ਦਾ ਹੈ ਬ੍ਰਹਮਾ ਜੀ ਦਾ। ਏਡੀ ਲੰਮੀ ਉਹਨਾਂ ਦੀ ਆਯੂ ਹੈ। ਇੱਕ ਦਿਨ ਤੇ ਇੱਕ ਰਾਤ ਬ੍ਰਹਮਾ ਜੀ ਦਾ ਬੀਤਦਾ ਹੈ। ਅਸ ਨਿਸ ਦਿਨ ਕੇ ਸੰਮਤ ਸ਼ਤ ਹੈ। ਕਹਿੰਦੇ ਇਹੋ ਜੇ ਬ੍ਰਹਮਾ ਜੀ ਦੇ 100 ਸਾਲ ਬੀਤਣ, ਇਹੋ ਜੇ, ਯਾਨੀ ਕਿ 2000 ਸਾਲ ਦਾ ਇੱਕ ਦਿਨ ਤੇ ਇੱਕ ਰਾਤ ਹੈ ਬ੍ਰਹਮਾ ਜੀ ਦਾ। 2000 ਯੁੱਗਾਂ ਦਾ ਸਮਾਂ, ਸਾਲ ਨਹੀਂ ਯੁੱਗਾਂ ਦਾ। ਉਹਨਾਂ ਇੱਕ ਦਿਨ ਤੇ ਇੱਕ ਰਾਤ ਬੀਤਦਾ, ਤੇ ਉਹਨੇ ਦਿਨਾਂ ਦੇ ਨਾਲ 365 ਦੇ ਹਿਸਾਬ ਨਾਲ ਚਲਦਿਆਂ ਦਿਨਾਂ ਦੀ ਗਿਣਤੀ ਕਰਦਿਆਂ 100 ਸਾਲ ਜਦੋਂ ਬ੍ਰਹਮਾ ਜੀ ਦੀ ਜ਼ਿੰਦਗੀ ਦਾ ਬੀਤਦਾ ਹੈ, ਸੋ ਬ੍ਰਹਮੇ ਕੀ ਬੈਸ ਗਿਣਤ ਹੈ। ਇਹ ਇੱਕ ਬ੍ਰਹਮਾ ਜੀ ਦੀ ਉਮਰ ਹੈ 100 ਸਾਲ ਦੀ। ਇਤਨੀ ਆਯੂ ਬ੍ਰਹਮਾ ਜੀ ਦੀ ਗਿਣੀ ਜਾਂਦੀ ਹੈ। ਆਹੇ ਵਿਸ਼ਨ ਕੋ ਨਿਸ ਦਿਨ ਸੋਈ। ਬ੍ਰਹਮਾ ਜੀ ਦੇ 100 ਸਾਲ, ਵਿਸ਼ਨੂੰ ਜੀ ਦਾ ਇੱਕ ਦਿਨ ਤੇ ਇੱਕ ਰਾਤ ਦੀ ਆਯੂ ਹੈ। ਵਿਸ਼ਨੂੰ ਜੀ, ਉਹਨਾਂ ਦਾ ਇੱਕ ਦਿਨ ਤੇ ਇੱਕ ਰਾਤ ਬੀਤਦਾ। ਭਾਈ ਗੁਰਦਾਸ ਸਾਹਿਬ ਜੀ ਨੇ ਇਹਦੇ ਬਾਰੇ ਆਪਣੀਆਂ ਵਾਰਾਂ ਵਿੱਚ ਲਿਖਿਆ ਕਿ ਬ੍ਰਹਮੇ ਦਾ ਇੱਕ ਦਿਵਸ ਵਿਹਾਵਾ ਹੈ, ਲੱਖ ਵਰਿਆਂ ਦੀ ਆਰਜਾ। ਉਹਦੇ ਵਿੱਚ ਉਹ ਅੱਗੇ ਬਚਨ ਕਰਦੇ ਆ, ਕਹਿੰਦੇ ਇੱਕ ਦਿਨ ਤੇ ਇੱਕ ਰਾਤ 100 ਸਾਲ ਬ੍ਰਹਮਾ ਜੀ ਦਾ ਬੀਤੇ ਤੇ ਵਿਸ਼ਨੂੰ ਜੀ ਦਾ ਬੀਤਦਾ ਹੈ। ਬਰਖ ਸੈਸੇ ਅਸ ਜਬ ਤਿਸ ਹੋਈ। ਤੇ 100 ਸਾਲ ਜਦੋਂ ਵਿਸ਼ਨੂੰ ਜੀ ਦੇ ਇਸ ਤਰ੍ਹਾਂ ਦੇ ਬੀਤਦੇ ਹਨ, ਤਬ ਤਨ ਤਜਨੋ ਵਿਸ਼ਨ ਪ੍ਰਮਾਨੋ। ਤੇ ਵਿਸ਼ਨੂੰ ਜੀ ਦੀ ਇਤਨੀ ਆਯੂ ਹੈ, ਇਤਨੀ ਉਮਰ ਹੈ। ਇੰਨੀ ਉਮਰ ਵਿੱਚ ਵਿਸ਼ਨੂੰ ਜੀ ਤਨ ਤਿਆਗਦੇ ਨੇ। ਏਕ ਦਿਵਸ ਸ਼ਿਵ ਕੋ ਸੋ ਪਛਾਨੋ। ਵਿਸ਼ਨੂੰ ਜੀ ਦੀ ਜਿਤਨੀ ਉਮਰ ਹੈ 100 ਸਾਲ ਲੰਮੀ, ਉਹਨਾਂ ਇੱਕ ਦਿਨ ਤੇ ਇੱਕ ਰਾਤ ਸ਼ਿਵ ਜੀ ਭਗਵਾਨ ਦਾ ਬੀਤਦਾ। ਇਤਨੀ ਆਯੂ ਹੈ ਉਹਦੀ, ਉਹਨਾਂ ਦਾ ਇੱਕ ਦਿਨ ਤੇ ਇੱਕ ਰਾਤ ਬੀਤਦੀ ਹੈ। ਐਸੇ ਹੋਏ ਬਰਖ ਸ਼ਤ ਜਬਈ। ਔਰ ਇਸ ਤਰ੍ਹਾਂ ਸ਼ਿਵ ਜੀ ਦੇ ਜਦੋਂ 100 ਸਾਲ ਦਾ ਸਮਾਂ ਜ਼ਿੰਦਗੀ ਦਾ ਬੀਤਦਾ ਹੈ, ਤਨ ਕੋ ਛੋੜ ਦੇਹ ਸ਼ਿਵ ਤਬਈ। ਉਹ ਸ਼ਿਵ ਵੀ ਉਸ ਵੇਲੇ ਸਮਾ ਜਾਂਦੇ, ਉਹ ਵੀ ਆਪਣਾ ਤਨ ਤਿਆਗ ਦਿੰਦੇ। ਤਦੇ ਗੁਰੂ ਕਲਗੀਧਰ ਜੀ ਦੇ ਬਚਨ, ਏਕ ਸ਼ਿਵ ਭਏ ਇੱਕ ਗਏ, ਇੱਕ ਫੇਰ ਭਏ ਰਾਮਚੰਦ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਮੋਹਨ ਦੀ ਮਦਾਰ ਕੇਤੇ ਅਸਨੀ ਕੁਮਾਰ ਕੇਤੇ ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈ। ਇਹ ਕਿਤਨੇ ਹੀ ਹੋਏ। ਤੋ ਕਹਿੰਦੇ ਉਸ ਵੇਲੇ ਸ਼ਿਵ ਵੀ ਸਮਾਪਤ ਹੋ ਜਾਂਦੇ। ਇਤਨੋ ਕਾਲ ਬੀਤਿਓ ਜੋਈ। ਹੁਣ ਸ਼ਿਵ ਜੀ ਭਗਵਾਨ ਦਾ ਜਿਹੜਾ 100 ਸਾਲ ਦਾ ਸਮਾਂ ਬੀਤਦਾ, ਇੰਨਾ ਸਮਾਂ ਵੇਖੋ ਕਿਤਨੀ ਲੰਮੀ ਆਯੂ। ਇਤਨਾ ਸਮਾਂ ਜਦੋਂ ਸ਼ਿਵ ਜੀ ਦਾ ਬੀਤਦਾ ਹੈ, ਏਕ ਨਿਮਖ ਮਾਇਆ ਕੀ ਸੋਈ। ਪਰਮੇਸ਼ਰ ਦੀ ਜਿਹੜੀ ਮਾਇਆ ਹੈ, ਮਾਇਆ ਦਾ ਕੇਵਲ ਇੱਕ ਨਿਮਖ ਮਾਤਰ ਦਾ ਸਮਾਂ ਬੀਤਦਾ ਸ਼ਿਵ ਜੀ ਦੀ ਇੰਨੀ ਆਯੂ ਵਿੱਚ। ਨਿਮਖ ਕਿੰਨਾ ਹੁੰਦਾ ਹੈ? ਅੱਖ ਖੋਲ ਕੇ ਬੰਦ ਕਰ ਲਓ, ਬਾਜਾ ਬੰਦ ਕਰਕੇ ਖੋਲ ਲਓ, ਜਿੰਨਾ ਸਮਾਂ ਲੱਗਦਾ ਹੈ ਇੰਨਾ ਸਮਾਂ ਬੀਤਦਾ ਕੇਵਲ ਮਾਇਆ ਦਾ।
ਮਾਇਆ ਕਿੰਨੀ ਪ੍ਰਬਲ ਹੈ। ਇੰਨਾ ਕੁ ਸਮਾਂ ਮਾਇਆ ਦਾ ਹੀ ਬੀਤਦਾ। ਮਹਾਭਾਰਤ ਦੇ ਪਰਵ 'ਚ ਜ਼ਿਕਰ ਆਉਂਦਾ ਕਿ ਇੱਕ ਵਾਰ ਅਰਜਨ ਜੀ ਕਹਿਣ ਲੱਗੇ ਭਗਵਾਨ ਕ੍ਰਿਸ਼ਨ ਜੀ ਨੂੰ, ਮੈਂ ਤੁਹਾਡੀ ਮਾਇਆ ਵੇਖਣੀ। ਭਗਵਾਨ ਜੀ ਕਹਿੰਦੇ, ਹਾਂ ਮੇਰੀ ਮਾਇਆ ਬੜੀ ਪ੍ਰਬਲ ਹੈ, ਵੀ ਤੂੰ ਨਾ ਵੇਖ ਉਦਾਂ ਹੀ ਮੰਨ ਲੈ ਵੀ ਪ੍ਰਬਲ ਹੈ। ਕਹਿੰਦਾ ਨਹੀਂ, ਮੈਂ ਵੇਖਣੀ ਹੈ। ਜਿੱਦ ਕਰਨ ਲੱਗ ਪਿਆ। ਰੱਥ ਤੇ ਸਵਾਰ ਹੋ ਕੇ ਜਾ ਰਹੇ ਸੀ ਇੱਕ ਨਦੀ ਦੇ ਕੰਢੇ ਤੇ, ਉੱਥੋਂ ਉਤਰੇ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਅਰਜਨ ਉਹ ਸਾਹਮਣੇ ਨਦੀ ਹੈ, ਮੈਂ ਇੱਥੇ ਦਾਤਣ ਕਰ ਲੈਣਾ ਤੇ ਤੂੰ ਉਸ ਨਦੀ 'ਚ ਉਹਨੇ ਨੂੰ ਇਸ਼ਨਾਨ ਕਰਕੇ ਆਈ, ਮੈਂ ਇੱਥੇ ਹੀ ਖੜਾ ਹੋਵਾਂਗਾ ਪਰ ਤੈਨੂੰ ਦਿਸਾਂਗਾ ਨਹੀਂ। ਅਰਜਨ ਕਹਿੰਦਾ, ਜੀ ਇਹ ਕਿਵੇਂ ਹੋ ਸਕਦਾ ਵੀ ਤੁਸੀਂ ਇੱਥੇ ਖੜੇ ਹੋਵੋ ਤੇ ਦਿਸੋ ਨਾ। ਕਹਿੰਦੇ, ਬਸ ਤੈਨੂੰ ਮਾਇਆ ਵਿਖਾਣੀ ਹੈ ਨਾ, ਤੂੰ ਕਹਿਣਾ ਮੈਂ ਮਾਇਆ ਵੇਖਣੀ, ਵੇਖ ਲੈ ਫਿਰ। ਅਰਜਨ ਗਿਆ, ਜਾ ਕੇ ਨਹਿਰ 'ਚ ਇਸ਼ਨਾਨ ਕੀਤਾ ਤੇ ਜਦੋਂ ਬਾਹਰ ਆਇਆ ਤੇ ਅੱਗੇ ਭਗਵਾਨ ਜੀ ਨਜ਼ਰ ਨਾ ਆਉਣ। ਇਹ ਲੱਭਣ ਟੁਰ ਪਿਆ। ਨਾਲ ਹੀ ਇੱਕ ਨਗਰ ਸੀ, ਇੱਕ ਮੰਦਿਰ ਵਿੱਚ ਪੰਡਤ ਜੀ ਕਥਾ ਕਰ ਰਹੇ ਨੇ। ਕਥਾ ਕਰਦਿਆਂ ਪੰਡਤ ਜੀ ਕਹਿ ਰਹੇ ਨੇ, ਦੁਆਪਰ ਯੁੱਗ 'ਚ ਭਗਵਾਨ ਕ੍ਰਿਸ਼ਨ ਜੀ ਹੋਏ, ਉਹਨਾਂ ਦੇ ਸਮੇਂ ਪਾਂਡਵ ਹੋਏ, ਇੱਕ ਅਰਜਨ ਜੀ। ਇਹ ਜਾ ਕੇ ਉੱਥੇ ਖਲੋ ਗਿਆ ਵੀ ਕਥਾ ਤਾਂ ਸਾਡੀ ਕਰ ਰਹੇ ਨੇ ਪਰ ਇੰਜ ਕਰ ਰਹੇ ਨੇ ਜਿਵੇਂ ਅਸੀਂ ਮਰ ਗਏ ਹੋਈਏ, ਵੀ ਅਸੀਂ ਤਾਂ ਹੁਣ ਵੀ ਆ। ਉੱਥੇ ਹੀ ਪੰਡਤ ਨੂੰ ਕਹਿਣ ਲੱਗਾ, ਪੰਡਤ ਜੀ ਜਿਹੜੇ ਪਾਂਡਵਾਂ ਤੇ ਅਰਜਨ ਦੀ ਤੁਸੀਂ ਗੱਲ ਕਰਦੇ ਹੋ, ਪਾਂਡਵਾਂ ਵਿੱਚੋਂ ਮੈਂ ਅਰਜਨ। ਪੰਡਤ ਨੇ ਆਖਿਆ, ਚੁੱਪ ਕਰਕੇ ਬਹਿ ਜਾ, ਕਥਾ ਹੁੰਦੀ ਹੈ, ਉਸ ਤੋਂ ਬਾਅਦ ਕਰਦੇ ਆ ਗੱਲ ਤੇਰੇ ਨਾਲ। ਇਹ ਚੁੱਪ ਜਿਹਾ ਕਰਕੇ ਬਹਿ ਗਿਆ ਵੀ ਮਸਲਾ ਕੀ ਹੈ। ਕਥਾ ਦੀ ਭੋਗ ਤੋਂ ਬਾਅਦ ਪੰਡਤ ਨੂੰ ਕਹਿਣ ਲੱਗਾ, ਜੀ ਮੈਂ ਅਰਜਨ। ਕਹਿੰਦਾ, ਜੇ ਦੁਬਾਰਾ ਕਿਹਾ ਤੇ ਹਿਸਾਬ ਲਾ ਲਈ, ਕਿੱਥੇ ਅਰਜਨ ਤੇ ਕਿੱਥੇ ਤੂੰ। ਕਹਿੰਦਾ, ਜੀ ਮੈਂ ਭਗਵਾਨ ਕ੍ਰਿਸ਼ਨ ਜੀ ਨਾਲ ਆਇਆ ਸੀ ਇੱਥੇ ਤੇ ਨਹਿਰ 'ਚ ਇਸ਼ਨਾਨ ਕਰ ਰਿਹਾ ਸੀ, ਉਹ ਬਾਹਰ ਖਲੋਤੇ ਦਾਤਣ ਕਰਦੇ ਸੀ। ਕਹਿਣ ਲੱਗੇ ਵੀ ਤੂੰ ਇਹ ਗੱਲ ਹੋਸ ਕਹਿ ਰਿਹਾ ਪਰ ਹੋਰ ਨਾ ਕਿਤੇ ਕਹੀਂ। ਕਹਿੰਦਾ, ਕਵਾਂ ਕਿਉਂ ਨਾ। ਉਹਨਾਂ ਨੇ ਫੜ ਲਿਆ ਸਾਰਿਆਂ ਨੇ ਵੀ ਤੂੰ, ਤੇਰੀ ਕੀ ਮਜਾਲ, ਤੂੰ ਸਾਡੇ ਅਰਜਨ ਦੀ ਬਰਾਬਰੀ ਕਰੇ। ਉਹ ਕਹੇ, ਮੈਂ ਆਇਆ ਹੀ ਅਰਜਨ। ਉਹ ਫੜ ਕੇ ਲੈ ਗਏ ਰਾਜੇ ਕੋਲ। ਰਾਜੇ ਨੂੰ ਜਾ ਕੇ ਕਹਿੰਦੇ, ਜੀ ਆਪਣੇ ਆਪ ਨੂੰ ਅਰਜਨ ਦੇ ਨਾਲ ਤੁਲਨਾ ਕਰਦਾ, ਕਹਿੰਦਾ ਮੈਂ ਅਰਜਨ। ਉਹ ਕਹਿੰਦਾ, ਮੈਂ ਹਾਂ ਹੀ ਅਰਜਨ। ਰਾਜਾ ਵੀ ਕਹੇ, ਖਬਰਦਾਰ ਜੇ ਹੁਣ ਤੂੰ ਮੁੜ ਕੇ ਕਿਹਾ। ਕਹਿੰਦਾ, ਜੀ ਪਰਖ ਕਰ ਲੋ ਮੇਰੀ। ਉਹ ਕਹਿੰਦੇ, ਕੀ ਕਰੇਗਾ। ਕਹਿੰਦਾ, ਮੈਂ ਤੀਰ ਚਲਾ ਕੇ ਵਿਖਾ ਦਿੰਦਾ। ਅਰਜਨ ਨੇ ਤੀਰ ਚਲਾਏ, ਤੀਰ ਵਾਕਈ ਹੁਣ ਹੈ ਤਾਂ ਅਰਜਨ ਹੀ ਸੀ ਨਾ। ਤੀਰ ਚਲਾਏ ਤੇ ਤੀਰ ਵਾਕਈ ਨਿਸ਼ਾਨੇ 'ਚ ਸੇਧਦਾ। ਉਹ ਕਹਿੰਦੇ, ਤੂੰ ਤੀਰ ਜ਼ਰੂਰ ਚਲਾ ਲੈਣਾ ਅਰਜਨ ਵਾਂਗੂ, ਪਰ ਖਬਰਦਾਰ ਜੇ ਆਪਣੇ ਆਪ ਨੂੰ ਅਰਜਨ ਕਿਹਾ, ਤੈਨੂੰ ਮੈਂ ਇੱਥੇ ਰੱਖਣ ਲੱਗਾ ਆਪਣੇ ਕੋਲ ਸੈਨਾਪਤੀ। ਹੁਣ ਕ੍ਰਿਸ਼ਨ ਭਗਵਾਨ ਨੂੰ ਤਾਂ ਕੀ ਲੱਭਣਾ ਸੀ, ਇਹਨੂੰ ਆਪਣੇ ਲਾਲੇ ਪੈ ਗਏ ਵੀ ਜੇ ਮੈਂ ਕਿਹਾ ਅਰਜਨ। ਰਾਜਾ ਕਹਿੰਦਾ, ਮੈਂ ਫੜ ਕੇ ਫਾਹੇ ਟੰਗ ਦਿਆਂਗਾ ਜੇ ਤੂੰ ਕਹਿ ਦਿੱਤਾ ਆਪਣੇ ਆਪ ਨੂੰ ਅਰਜਨ। ਉਹਨੇ ਆਪਣੇ ਕੋਲ ਭਰਤੀ ਕਰ ਲਿਆ। ਕਹਿੰਦਾ, ਇਹਦਾ ਨਾਂ ਆ ਪਰਦੇਸੀ। ਹੁਣ ਇਹਨੇ ਆਪਣੇ ਆਪ ਦਾ ਨਾਮ ਧਰਾ ਲਿਆ, ਅਰਜਨ ਨੇ ਪਰਦੇਸੀ। ਦਿਨਾਂ ਵਿੱਚ ਸਿਪਾਹੀ ਤੋਂ ਸੈਨਾਪਤੀ ਹੋ ਗਿਆ। ਹੈ ਤਾਂ ਯੋਧਾ ਸੀ ਨਾ, ਸ਼ਸਤਰਧਾਰੀ। ਰਾਜੇ ਨੇ ਆਪਣੀ ਲੜਕੀ ਇਹਨੂੰ ਵਿਆਹ ਦਿੱਤੀ, ਇਹਨੂੰ ਘਰ ਜਵਾਈ ਬਣਾ ਲਿਆ ਵੀ ਰਾਜ ਭਾਗ ਵੀ ਇਹ ਸਾਂਭੇਗਾ। ਹੁਣ ਰਾਜਕੁਮਾਰੀ ਨਾਲ ਇਹਦੀ ਸ਼ਾਦੀ ਹੋਈ, ਉਹਦੇ ਨਾਲ ਪ੍ਰੇਮ ਪਿਆ, ਮੋਹ ਪਿਆ, ਬੱਚੇ ਪੈਦਾ ਹੋ ਗਏ। ਹੁਣ ਭੁੱਲ ਗਿਆ ਵੀ ਮੈਂ ਅਰਜਨ, ਆਪਣੇ ਆਪ ਨੂੰ ਪਰਦੇਸੀ ਕਹਿੰਦਾ। ਉਹ ਪੰਡਤ ਕੋਲ ਜਾ ਕੇ ਕਥਾ ਵੀ ਸੁਣਦਾ ਕਦੇ ਕਦੇ, ਉਹ ਕਥਾ ਵੀ ਸੁਣਾਉਂਦਾ ਪਾਂਡਵਾਂ ਦੀ। ਇਹ ਕਹਿੰਦਾ, ਹਾਂ ਹੈ ਸੀ ਦੁਆਪਰ ਯੁੱਗ 'ਚ ਹੋਣਗੇ। ਉਹ ਭੁੱਲ ਗਿਆ ਸਭ ਕੁਝ। ਸਮਾਂ ਬੀਤ ਗਿਆ, ਇਹਦੀ ਘਰਵਾਲੀ ਮਰਨ ਕਿਨਾਰੇ ਪਹੁੰਚੀ, ਮੌਤ ਹੋਣ ਲੱਗੀ। ਕੋਲ ਬੈਠਾ ਰੋਈ ਜਾਏ, ਹਟਕੋਰੇ ਭਰਦਾ। ਉਹ ਕਹਿਣ ਲੱਗੀ, ਕਿਉਂ ਰੋਣਾ ਭਰਤਾ, ਮੈਂ ਮਰ ਗਈ ਤਾਂ ਤੂੰ ਸ਼ਾਦੀ ਹੋਰ ਕਰਾ ਲੈਣੀ। ਕਹਿੰਦਾ, ਨਹੀਂ ਮੈਂ ਤਾਂ ਤੇਰੀ ਚਿਖਾ 'ਚ ਸੜ ਕੇ ਮਰੂੰ। ਇੰਨੇ ਨੂੰ ਉਹਦੀ ਮੌਤ ਹੋ ਗਈ। ਜਦੋਂ ਉਹਨੂੰ ਸੰਸਕਾਰਨ ਵਾਸਤੇ ਟੁਰੇ ਤੇ ਵੀ ਨਾਲ ਨਾਲ ਕਹਿੰਦਾ, ਮੈਂ ਤਾਂ ਨਾਲ ਸੜ ਕੇ ਚਿਖਾ 'ਚ ਮਰਨਾ। ਉਹ ਕਹਿੰਦੇ, ਇਦਾਂ ਦੀ ਰਵਾਇਤ ਨਹੀਂ, ਇਸਤਰੀਆਂ ਸੜ ਕੇ ਮਰਦੀਆਂ ਨੇ ਪਤੀ ਦੀ ਚਿਖਾ ਵਿੱਚ। ਪਤੀ ਨਹੀਂ ਜੇ ਸੜਦੇ,
ਉਹ ਕਹਿੰਦਾ ਜੇ ਇਸਤਰੀ ਸੜ ਸਕਦੀ ਤੇ ਪਤੀ ਕਿਉਂ ਨਹੀਂ ਸੜਦਾ, ਮੈਂ ਵੀ ਸੜਾਂਗਾ ਨਾਲ। ਇਹ ਉੱਥੇ ਜਿੱਦ ਕਰਨ ਲੱਗ ਪਿਆ, ਉਹਨਾਂ ਨੂੰ ਸੰਸਕਾਰ ਨਾ ਕਰਨ ਦੇਵੇ ਵੀ ਮੈਨੂੰ ਵੀ ਵਿੱਚ ਬਿਠਾਓ। ਉਹ ਕਹਿੰਦੇ ਅਸੀਂ ਤੈਨੂੰ ਸਾੜ ਨਹੀਂ ਸਕਦੇ ਨਾਲ। ਅਖੀਰ ਉਹਨਾਂ ਨੇ ਇਹਦੇ ਤੋਂ ਖਹਿੜਾ ਛੁਡਾਉਣ ਵਾਸਤੇ ਕਹਿੰਦੇ ਉਹ ਸਾਹਮਣੇ ਨਹਿਰ ਵਗਦੀ ਹੈ, ਵੀ ਤੂੰ ਚਿਖਾ 'ਚ ਸੜ ਕੇ ਮਰਨਾ ਤੇ ਜਾ ਕੇ ਇਸ਼ਨਾਨ ਤਾਂ ਕਰਿਆ। ਅਰਜਨ ਕਹਿੰਦਾ ਠੀਕ ਹੈ, ਉਡੀਕ ਕਰ ਲਿਓ, ਕਿਤੇ ਮੇਰੇ ਆਉਣ ਤੋਂ ਪਹਿਲਾਂ ਲਾਂਬੂ ਨਾ ਲਾ ਦਿਓ। ਮੈਂ ਹੁਣੇ ਇਸ਼ਨਾਨ ਕਰਕੇ ਆਇਆ। ਦੌੜਿਆ ਗਿਆ, ਭੱਜਿਆ ਨਹਿਰ 'ਚ ਇਸ਼ਨਾਨ ਕਰਕੇ ਬਾਹਰ ਪਿਆ ਆਵੇ ਤੇ ਅੱਗੇ ਭਗਵਾਨ ਕ੍ਰਿਸ਼ਨ ਜੀ ਟੇਢੀ ਜੀ ਲੱਕ ਖੜਕੇ ਤ੍ਰਿਭੰਗੀ ਸਰੂਪ ਬਣਾ ਕੇ ਆਪਣਾ ਦਾਤਣ ਜੀ ਕਰ ਰਹੇ ਤੇ ਆਵਾਜ਼ ਮਾਰਦੇ, ਅਰਜਨ ਕਿੱਧਰ ਚੱਲਿਆ? ਕਹਿੰਦਾ ਜੀ ਕਿਹੜਾ ਅਰਜਨ? ਉਹ ਤਾਂ ਦੁਆਪਰ ਯੁੱਗ 'ਚ ਹੋਇਆ। ਭਗਵਾਨ ਜੀ ਕਹਿਣ ਉਹ ਮੈਂ ਕ੍ਰਿਸ਼ਨ ਆ। ਕਹਿੰਦਾ ਖਬਰਦਾਰ, ਕ੍ਰਿਸ਼ਨ ਤਾਂ ਦੁਆਪਰ ਯੁੱਗ ਵਿੱਚ ਹੋਇਆ, ਤੁਸੀਂ ਆਪਣੇ ਆਪ ਨੂੰ ਕ੍ਰਿਸ਼ਨ ਨਾ ਕਿਹੋ, ਮੇਰਾ ਨਾਮ ਹੈ ਪਰਦੇਸੀ। ਭਗਵਾਨ ਜੀ ਕਹਿੰਦੇ ਮੈਂ ਹੀ ਤੈਨੂੰ ਭੇਜਿਆ ਸੀ ਇਸ਼ਨਾਨ ਕਰਨ, ਆਹ ਵੇਖ ਮੈਂ ਦਾਤਨ ਕਰੀ ਜਾਣਾ ਇੱਥੇ ਖਲੋਤਾ, ਤੂੰ ਆਇਆ ਹੀ ਨਹੀਂ ਮੁੜ ਕੇ। ਉਹ ਕਹਿੰਦਾ ਜੀ ਮੈਂ ਨਹੀਂ ਤੁਹਾਨੂੰ ਸਿਆਣਦਾ। ਭਗਵਾਨ ਜੀ ਨੇ ਇਹਦੀ ਬਾਹ ਫੜੀਏ ਛਡਾਵੇ, ਕਹਿੰਦਾ ਛੱਡੋ, ਮੈਂ ਤਾਂ ਚਿਖਾ 'ਚ ਸੜ ਕੇ ਮੋਣਾ। ਉਹ ਆਖਣ ਵੀ ਤੂੰ ਅਰਜਨ ਹੈ। ਜਦੋਂ ਇਹ ਨਾ ਮੰਨਿਆ ਤੇ ਭਗਵਾਨ ਜੀ ਨੇ ਇੱਕ ਚਪੇੜ ਜ਼ੋਰ ਨਾਲ ਇਹਦੇ ਮੂੰਹ ਤੇ ਮਾਰੀ ਤੇ ਇਹਦੀਆਂ ਅੱਖਾਂ ਜੀਆਂ ਖੁੱਲੀਆਂ ਤੇ ਫਿਰ ਕਹਿੰਦਾ ਭਗਵਾਨ ਜੀ ਤੁਸੀਂ ਕਿੱਥੇ ਚਲੇ ਗਏ ਸੀ? ਮੈਂ ਤਾਂ ਲੱਭਦਾ ਫਿਰਦਾ ਸੀ ਤੁਹਾਨੂੰ। ਨਾ ਉੱਥੇ ਚਿਖਾ, ਨਾ ਉੱਥੇ ਨਗਰ, ਨਾ ਉੱਥੇ ਕੋਈ ਰਾਜਾ। ਉੱਥੇ ਕਈ ਵਰੇ ਬੀਤ ਗਏ ਸੀ ਅਰਜਨ ਦੇ, ਪਰ ਭਗਵਾਨ ਕ੍ਰਿਸ਼ਨ ਜੀ ਦੇ ਪਾਸ ਹਾਲੇ ਦਾਤਨ ਕਰਦਿਆਂ ਕੁਝ ਪਾਲੀ ਬੀਤੇ ਸਨ। ਪਰਮੇਸ਼ਰ ਦੀ ਮਾਇਆ ਦਾ ਇੱਕ ਛਿਨ ਬੀਤਦਾ ਹੈ ਜਦੋਂ ਸ਼ਿਵਜੀ ਜੀ ਦੇ 100 ਸਾਲ ਦੀ ਜ਼ਿੰਦਗੀ ਦਾ ਸਮਾਂ ਬੀਤ ਜਾਂਦਾ ਹੈ। ਪਰਮਾਤਮਾ ਦੀ ਮਾਇਆ ਇਤਨੀ ਪ੍ਰਬਲ ਹੈ, ਕੇਵਲ ਰੁਪਈਏ ਪੈਸਿਆਂ ਨੂੰ ਮਾਇਆ ਨਹੀਂ ਕਹਿੰਦੇ ਗੁਰੂ ਖਾਲਸਾ ਜੀ। ਇਹ ਜੋ ਕੁਝ ਅਸੀਂ ਵੇਖ ਰਹੇ ਹਾਂ, ਇਹ ਜਿਤਨਾ ਵਰਤਾਰਾ ਵਰਤ ਰਿਹਾ, ਇਹ ਸਭ ਮਾਇਆ ਦਾ ਪਸਾਰਾ ਹੈ। ਇਹ ਜਿਤਨਾ ਵਰਤਾਰਾ ਵਰਤ ਰਿਹਾ, ਇਹ ਸਭ ਮਾਇਆ ਦਾ ਵਰਤਾਇਆ ਹੋਇਆ। ਇਹ ਜੜ ਮਾਇਆ ਵੀ ਆ, ਚੇਤਨ ਮਾਇਆ ਵੀ ਹੈ। ਇਹ ਮਾਇਆ ਨੇ ਸਾਰੇ ਵਰਤਾਰੇ ਨੂੰ, ਸਾਰੀ ਸ੍ਰਿਸ਼ਟੀ ਨੂੰ ਪ੍ਰਮਾਤਮਾ ਦੀ ਅੰਸ਼ ਲੈ ਕੇ ਪੈਦਾ ਕੀਤਾ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੇ ਬਾਣ। ਰਾਜਗੁਣ ਤਮਗੁਣ ਸਤਗੁਣ ਕਹੀਆ, ਇਹ ਤੇਰੀ ਸਭ ਮਾਇਆ। ਰਜੋਗੁਣ ਤਮੋਗੁਣ ਸਤੋਗੁਣ, ਇਹ ਤਿੰਨੇ ਗੁਣ ਮਾਇਆ ਦੇ ਹੀ ਹਿੱਸਾ ਨੇ। ਤੋ ਮਾਇਆ ਬੜੀ ਪ੍ਰਬਲ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਉਹਨਾਂ ਮਹਾਂਪੁਰਸ਼ਾਂ ਸਾਧੂਆਂ ਨੂੰ ਦੱਸ ਰਹੇ ਨੇ ਕਿ ਸਰਪਨੀ ਤੇ ਉੱਪਰ ਨਹੀਂ ਬਲੀਆ, ਜਲ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਇਹ ਮਾਇਆ ਬੜੀ ਪ੍ਰਬਲ ਹੈ। ਧੰਨ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਨਮੁਖ ਖਾਦੇ ਗੁਰਮੁਖ ਉਬਰੇ, ਜਿਨ ਸੱਚ ਨਾਮ ਚਿਤ ਲਾਇਆ। ਇਹ ਮਾਇਆ ਬੜੀ ਪ੍ਰਬਲ ਹੈ, ਮੋਹਣੀ ਹੈ, ਬਿਨਾਂ ਦੰਦਾਂ ਤੋਂ ਜਗ ਨੂੰ ਖਾਈ ਜਾਂਦੀ ਹੈ, ਭੱਖੀ ਜਾਂਦੀ ਹੈ। ਮਨਮੁਖ ਖਾਦੇ ਗਏ, ਗੁਰਮੁਖ ਇਹਦੇ ਤੋਂ ਉੱਭਰ ਗਏ, ਕਿਉਂਕਿ ਉਹ ਮਾਇਆ ਨੂੰ ਵੇਖਣ ਦੀ ਬਜਾਏ ਮਾਇਆ ਦੇ ਪਤੀ ਪਰਮੇਸ਼ਰ ਨੂੰ ਵੇਖਦੇ ਹੈ। ਮਾਇਆ ਨੂੰ ਵੇਖਣ ਦੀ ਬਜਾਏ ਮਾਇਆ ਦੇ ਪਤੀ ਪਰਮੇਸ਼ਰ ਨੂੰ ਵੇਖਦੇ ਨੇ, ਇਸ ਕਰਕੇ ਗੁਰਮੁਖ ਉੱਭਰ ਗਏ ਇਹਦੇ ਤੋਂ। ਪਾਤਸ਼ਾਹ ਕਹਿੰਦੇ ਮਾਇਆ ਦਾ ਇੱਕ ਛਿਨ ਬੀਤਦਾ ਹੈ ਜਦੋਂ ਸ਼ਿਵ ਜੀ ਭਗਵਾਨ ਦੇ 100 ਸਾਲ ਬੀਤਦੇ ਹਨ। ਤਿਸ ਮਾਇਆ ਕੋ ਨਾਹੀ ਅੰਤਾ। ਪਰਮੇਸ਼ਰ ਦੀ ਮਾਇਆ ਦਾ ਹੀ ਅੰਤ ਕੋਈ ਨਹੀਂ। ਉਹਦੀ ਮਾਇਆ ਕਿੰਨੀ ਪ੍ਰਬਲ ਹੈ। ਉਹਦੀ ਜਿਹੜੀ ਮਾਇਆ ਹੈ, ਕਹਿੰਦੇ ਉਹਦੀ ਮਾਇਆ ਦਾ ਹੀ ਅੰਤ ਕੋਈ ਨਹੀਂ। ਤਹਿ ਪਤ ਕੋ ਕਹਿ ਬਿਰਤੰਤਾ। ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਜਿਹਦੀ ਮਾਇਆ ਦਾ ਹੀ ਅੰਤ ਕੋਈ ਨਹੀਂ, ਉਸ ਮਾਇਆ ਦੇ ਮਾਲਕ ਪਤੀ ਪਰਮੇਸ਼ਰ ਦਾ ਅੰਤ ਕੌਣ ਪਾ ਸਕਦਾ ਹੈ। ਜੇ ਉਹਦੀ ਮਾਇਆ ਦਾ ਹੀ ਨਹੀਂ ਅੰਤ ਪਾਇਆ ਜਾਂਦਾ ਤੇ ਜਿਹੜਾ ਉਸ ਮਾਇਆ ਦਾ ਪਤੀ ਪਰਮੇਸ਼ਰ ਅਕਾਲ ਪੁਰਖ ਹੈ, ਉਹਦਾ ਅੰਤ ਕੌਣ ਪਾਵੇ। ਅਸ ਕੈ ਸ੍ਰੀ ਗੁਰ ਪਰਮ ਉਦਾਰਾ। ਇਸ ਤਰ੍ਹਾਂ ਬਚਨ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਬਦ ਗੂਜਰੀ ਵਿਖੇ ਉਚਾਰਾ। ਗੂਜਰੀ ਰਾਗ ਵਿੱਚ ਮੇਰੇ ਸਤਿਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਸ਼ਬਦ ਉਚਾਰਨ ਕੀਤਾ। ਗੂਜਰੀ ਰਾਗ ਗੁੱਜਰ ਸੰਪਰਦਾਇ ਜਿਹੜੀ ਆ ਗੁੱਜਰ ਜਾਤੀ ਚੱਲਦੀ ਹੈ,
ਉਹਨਾਂ ਵਿੱਚ ਰਾਗ ਪ੍ਰਚਲਿਤ ਸੀ। ਰਾਗਾਂ ਦੇ ਵੇਰਵੇ ਬਾਰੇ ਜੇ ਕਿਸੇ ਨੇ ਪੜ੍ਹਨਾ ਹੋਵੇ, ਡਾਕਟਰ ਭਾਈ ਵੀਰ ਸਿੰਘ ਜੀ ਦੇ ਭਰਾਤਾ ਹੋਏ ਨੇ ਡਾਕਟਰ ਬਲਬੀਰ ਸਿੰਘ ਜੀ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਿਰੁਕਤ ਲਿਖਿਆ। ਨਿਰੁਕਤ ਦਾ ਮਤਲਬ ਹੈ ਸ਼ਬਦ ਨੂੰ ਉਕਤੀ ਸਹਿਤ ਬਿਆਨ ਕਰਨਾ, ਵੀ ਕਿੱਥੋਂ ਆਇਆ, ਕਿਵੇਂ ਬਣਿਆ। ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੁਕਤ ਭਾਈ ਡਾਕਟਰ ਬਲਬੀਰ ਸਿੰਘ ਹੋਣਾ ਨੇ ਲਿਖਿਆ। ਉਹਦੀ ਜਿਹੜੀ ਭੂਮਿਕਾ ਹੈ ਨਿਰੁਕਤ ਦੀ, ਬੜੇ ਕਮਾਲ ਦੀ ਲਿਖੀ ਹੈ ਡਾਕਟਰ ਬਲਬੀਰ ਸਿੰਘ ਹੋਣਾ ਨੇ, ਪੜ੍ਹਨੇ ਲਾਇਕ ਹੈ। ਜੇ ਕਿਤੇ ਮਿਲੇ ਆਪ ਜੀ ਨੂੰ ਜ਼ਰੂਰ ਲੈ ਕੇ ਪੜ੍ਹੋ। ਉਹਦੇ 'ਚ ਉਹਨਾਂ ਨੇ ਰਾਗਾਂ ਦੇ ਬਾਰੇ ਬੜਾ ਸੋਹਣਾ ਵੇਰਵਾ ਦਿੱਤਾ ਹੈ, ਵੀ ਕਿਹੜਾ ਰਾਗ ਕਿੱਥੇ ਗਾਇਆ ਜਾਂਦਾ ਹੈ। ਉਹ ਰਾਗ ਨੂੰ ਸਤਿਗੁਰੂ ਜੀ ਨੇ ਕਿਵੇਂ ਆਪਣੇ ਰਾਗਾਂ ਦੇ ਨਾਲ ਮਿਲਾ ਕੇ ਸਾਰੇ ਸੰਸਾਰ ਦੇ ਜੀਵਾਂ ਨੂੰ ਆਪਣੇ ਕਲਾਵੇਂ 'ਚ ਲਿਆ। ਤੋ ਗੂਜਰੀ ਰਾਗ ਹੈ, ਸੁਣੋ ਜੀ। ਗੂਜਰੀ ਰਾਗ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸ਼ਬਦ ਉਚਾਰਦੇ ਹਨ। ਗੂਜਰੀ ਮਹੱਲਾ ਪਹਿਲਾ। ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜੇ ਮੁਖ ਕੰਠ ਸਵਾਰ। ਗੂਜਰੀ ਰਾਗ ਵਿੱਚ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਸ਼ਬਦ ਉਚਾਰਦੇ ਨੇ, ਨਾਭ ਕਮਲ ਤੇ ਬ੍ਰਹਮਾ ਉਪਜੇ। ਕਹਿੰਦੇ ਭਗਵਾਨ ਵਿਸ਼ਨੂੰ ਦੀ ਨਾਭੀ ਤੋਂ, ਇਹ ਪੁਰਾਣਕ ਮੱਤ ਹੈ। ਪੁਰਾਣਕ ਮੱਤ ਇਹ ਕਹਿੰਦਾ ਵੀ ਵਿਸ਼ਨੂੰ ਦੀ ਨਾਭੀ ਤੋਂ ਕਮਲ ਦਾ ਫੁੱਲ ਪੈਦਾ ਹੋਇਆ ਤੇ ਕਮਲ ਦੇ ਫੁੱਲ ਤੋਂ ਬ੍ਰਹਮਾ ਜੀ ਪੈਦਾ ਹੋਏ। ਜਿਵੇਂ ਭਗਤ ਨਾਮਦੇਵ ਜੀ ਮਹਾਰਾਜ ਜੀ ਵੀ ਕਹਿੰਦੇ, ਪਹਿਲ ਪੁਰੀਏ ਪੁੰਡਰਕ ਵਨਾ, ਤਾਂਚੇ ਹੰਸਾ ਸਗਲੇ ਜਨਾ। ਇਉਂ ਇੱਥੇ ਨਾਭ ਕਮਲ ਤੇ ਕਹਿੰਦੇ ਪੁਰਾਣਕ ਮੱਤ ਦੇ ਅਨੁਸਾਰ ਇਹ ਕਿਹਾ ਜਾਂਦਾ ਕਿ ਨਾਭੀ ਤੋਂ ਕਮਲ ਦਾ ਫੁੱਲ ਪੈਦਾ ਹੋਇਆ ਤੇ ਕਮਲ ਦੇ ਫੁੱਲ ਤੋਂ ਬ੍ਰਹਮਾ ਜੀ ਉਪਜੇ। ਔਰ ਜਦੋਂ ਬ੍ਰਹਮਾ ਜੀ ਕਮਲ ਦੇ ਫੁੱਲ ਤੋਂ ਪੈਦਾ ਹੋਏ ਤਾਂ ਉਹਨਾਂ ਨੇ ਪੈਦਾ ਹੋ ਕੇ ਵੇਦ ਉਚਾਰਨ ਕੀਤੇ। ਵੇਦ ਪੜ੍ਹੈ ਮੁਖ ਕੰਠ ਸਵਾਰ। ਆਪਣੇ ਕੰਠ ਨੂੰ ਐਨ ਬੜੀ ਮਿੱਠੀ ਮਿੱਠੀ ਆਵਾਜ਼ ਵਿੱਚ ਜਿਹੜੀਆਂ ਵੇਦਾਂ ਦੀਆਂ ਰਚਾਵਾਂ ਨੇ, ਵੇਦਾਂ ਦੇ ਜਿਹੜੇ ਸੂਤਰ ਨੇ, ਰਚਾਵਾਂ, ਉਹ ਬ੍ਰਹਮਾ ਜੀ ਨੇ ਬੜੀ ਮਿੱਠੀ ਮਿੱਠੀ ਆਵਾਜ਼ ਵਿੱਚ ਐਨ ਸੁਰ ਤਾਲ ਲੈ ਵਿੱਚ ਬੜੇ ਸੋਹਣੇ ਢੰਗ ਦੇ ਨਾਲ ਉਹਨਾਂ ਨੂੰ ਗਾਇਨ ਕੀਤਾ। ਤਾਂ ਕੋ ਅੰਤ ਨ ਜਾਈ ਲਖਣਾ, ਆਵਤ ਜਾਤ ਰਹੇ ਗੁਬਾਰ। ਇੱਕ ਵਾਰ ਜਦੋਂ ਵੇਦ ਰਾਜ ਹਟ ਜੀ ਨੂੰ ਵੀ ਮੈਂ ਹੀ ਆ ਪਤਾ ਲੱਗਾ, ਕਹਿੰਦੇ ਤੂੰ ਤਾਂ ਇਸ ਕਮਲ ਦੇ ਫੁੱਲ ਚੋਂ ਪੈਦਾ ਹੋਇਆ, ਲੱਤ ਮਾਰੀ ਉਹਦੇ ਵਿੱਚ ਹੀ ਉਹਦੀ ਕਮਲ ਦੀ ਜਿਹੜੀ ਨਾਲ ਹੈ ਉਹਦਾ ਅੰਤ ਨਹੀਂ ਪਾ ਸਕੇ ਬ੍ਰਹਮਾ ਜੀ ਜਿਹਦੇ ਚੋਂ ਪੈਦਾ ਹੋਏ। ਉਹਦੇ ਚ ਉੱਠੇ ਸਿੱਧੇ ਹੁੰਦੇ, ਜਿਉਂ ਨਾ ਉਸ ਨਾਲ ਦੇ ਵਿੱਚ ਥੱਲੇ ਤੱਕ ਜਾਂਦੇ, ਧਸਦੇ ਚਲੇ ਜਾਣ। ਯੁਗਾਂ ਦਾ ਸਮਾਂ ਬੀਤ ਗਿਆ, ਉਹਦਾ ਅੰਤ ਨਹੀਂ ਪਾ ਸਕੇ। ਪ੍ਰੀਤਮ ਕਿਉਂ ਬਿਸਰੇ ਮੇਰੇ ਪ੍ਰਾਣ ਆਧਾਰ। ਰਹਾਉ ਦੀਆਂ ਪੰਕਤੀਆਂ ਚ ਮਹਾਰਾਜ ਜੀ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਕਰਕੇ ਕਹਿੰਦੇ, ਹੇ ਮੇਰੀ ਆਤਮਾ ਦੇ ਪਿਆਰੇ। ਪ੍ਰੀਤਮ, ਪ੍ਰੀਤਮ ਦਾ ਕੀ ਅਰਥ ਹੁੰਦਾ? ਪ੍ਰੇ ਆਤਮ, ਉਥੋਂ ਬਣਿਆ ਪ੍ਰੀਤਮ। ਮੇਰੀ ਆਤਮਾ ਤੋਂ ਵੀ ਵੱਧ ਮੈਨੂੰ ਪਿਆਰਾ, ਉਹਨੂੰ ਕਹਿੰਦੇ ਆ ਪ੍ਰੀਤਮ। ਜਿਵੇਂ ਕਹਿੰਦੇ ਨਾ ਮੇਰੀ ਜਾਨ ਤੋਂ ਵੱਧ ਜਿਹੜਾ ਪਿਆਰਾ ਉਹਨੂੰ ਪ੍ਰੀਤਮ ਕਹਿੰਦੇ ਆ। ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਤੂੰ ਮੇਰਾ ਪ੍ਰੀਤਮ ਹੈ ਤੇ ਹੇ ਮੇਰੇ ਪ੍ਰਾਣਾਂ ਦੇ ਆਧਾਰ ਵਾਹਿਗੁਰੂ, ਤੂੰ ਮੇਰੇ ਹਿਰਦੇ ਚੋਂ ਨਾ ਵਿਸਰ। ਪ੍ਰੀਤਮ ਕਿਉਂ ਵਿਸਰ ਹੈ ਮੇਰੇ ਪ੍ਰਾਣ ਆਧਾਰ। ਮੇਰਾ ਪ੍ਰੀਤਮ ਮੇਰੇ ਹਿਰਦੇ ਚੋਂ ਕਿਉਂ ਵਿਸਰੇ, ਜਿਹੜਾ ਮੇਰੇ ਪ੍ਰਾਣਾਂ ਦਾ ਆਧਾਰ ਹੈ, ਮੇਰੇ ਪ੍ਰਾਣਾਂ ਦਾ ਆਸਰਾ ਹੈ। ਜਾਂ ਕੀ ਭਗਤ ਕਰੇ ਜਨ ਪੂਰੇ, ਮਨ ਜਨ ਸੇਵੇਂ ਗੁਰ ਵਿਚਾਰ। ਇਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਪੂਰੇ ਜਨ ਕਰਦੇ, ਪੂਰਨ ਜਨ ਪਰਮੇਸ਼ਰ ਦੀ ਭਗਤੀ ਕਰਦੇ। ਵੱਡੇ ਵੱਡੇ ਮੁਨੀ ਜਨ ਗੁਰੂ ਦੇ ਵਿਚਾਰ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੇਵਦੇ ਹਨ। ਰਹਾਉ ਦੋਹਰਾ ਸ਼੍ਰੀ ਨਾਰਾਇਣ ਨਾਭ ਤੇ ਉਪਜਿਓ ਕਮਲੇ ਅਨੂਪ। ਕਹਿੰਦੇ ਸ਼੍ਰੀ ਨਾਰਾਇਣ ਦੀ ਨਾਭੀ ਤੋਂ ਕਮਲ ਦਾ ਫੁੱਲ ਪੈਦਾ ਹੋਇਆ। ਹੁਣ ਇਸ ਪੰਕਤੀਆਂ ਦੀ ਵਿਆਖਿਆ ਕਰਨ ਲੱਗੇ ਆ।
ਕਿ ਸ਼੍ਰੀ ਨਾਰਾਇਣ ਦੀ ਨਾਭੀ ਤੋਂ ਕਮਲ ਦਾ ਫੁੱਲ ਪੈਦਾ ਹੋਇਆ। ਤਿਸ ਮਾਹੀ ਬ੍ਰਹਮਾ ਪਇਓ ਚਤੁਰ ਬਦਨ ਜਿਸ ਰੂਪ। ਉਸ ਕਮਲ ਦੇ ਫੁੱਲ ਤੋਂ ਬ੍ਰਹਮਾ ਜੀ ਪੈਦਾ ਹੋਏ, ਜਿਨ੍ਹਾਂ ਦੇ 4 ਮੁਖ ਨੇ ਔਰ ਸੁੰਦਰ ਮੁਖ ਨੇ। ਜੋ ਪਈ ਸੋ ਖੋਜਨ ਲਾਗਿਓ ਕਰਤਾਰਾ। ਬ੍ਰਹਮਾ ਜੀ ਕਰਤਾਰ ਨੂੰ ਖੋਜਣ ਲੱਗੇ ਵੀ ਮੈਨੂੰ ਕਿਹਨੇ ਕੀਤਾ ਹੈ, ਉਹਨੂੰ ਲੱਭਣ ਲੱਗੇ, ਕਰਤਾਰ ਦੀ ਭਾਲ ਕਰਨ ਲੱਗੇ। ਮਹਾਰਾਜ ਜੀ ਇਹ ਕਥਾ ਸੰਤ ਜਨਾਂ ਨੂੰ ਸੁਣਾ ਰਹੇ ਨੇ, ਗੋਸ਼ਟੀ ਹੋ ਰਹੀ ਹੈ, ਇਹਨੂੰ ਹਰੀ ਗੋਸ਼ਟ ਕਹਿੰਦੇ ਆ। ਬ੍ਰਹਮਾ ਜੀ ਜਦੋਂ ਪੈਦਾ ਹੋ ਗਏ ਨਾਭੀ ਤੋਂ ਕਮਲ ਦੇ ਫੁੱਲ ਤੋਂ, ਤਾਂ ਮਨ 'ਚ ਖਿਆਲ ਆਇਆ ਵੀ ਕਰਤਾਰ ਨੂੰ ਲੱਭੀਏ ਜਿਹਨੇ ਮੈਨੂੰ ਕੀਤਾ। ਉਸ ਕਰਤਾਰ ਨੂੰ ਖੋਜਣ ਵਾਸਤੇ ਖੋਜ ਕਰਨ ਲੱਗੇ। ਨੈ ਜਾਣਿਓ ਤੇ ਪਾਰਾਵਾਰਾ। ਪਰਮੇਸ਼ਰ ਦਾ ਪਾਰਾਵਾਰ ਨਹੀਂ ਜਾਣਿਆ। ਜਿਉਂ ਲੱਭਣ ਲੱਗੇ, ਜਿਉਂ ਖੋਜਣ ਲੱਗੇ, ਉਸ ਕਰਤਾਰ ਦਾ ਨਾ ਪਾਰਲਾ ਪਾਸਾ ਦਿਸਦਾ, ਨਾ ਉਰਾਰਲਾ ਨਜ਼ਰ ਆਉਂਦਾ। ਖੋਜਤ ਖੋਜਤ ਰਹਿ ਗਏ ਹਾਰੂ। ਬ੍ਰਹਮਾ ਜੀ ਖੋਜਦਿਆਂ ਖੋਜਦਿਆਂ ਹਾਰ ਗਏ, ਥੱਕ ਗਏ ਵੀ ਲੱਭੇ ਨਾ ਕਰਤਾਰ ਜਿਹਨੇ ਸਿਰਜਿਆ। ਨਰ ਬਪਰੇ ਕੀ ਕੌਣ ਵਿਚਾਰੂ। ਕਹਿੰਦੇ ਸ੍ਰਿਸ਼ਟੀ ਕਰਤਾ ਬ੍ਰਹਮਾ, ਉਹ ਖੋਜਦਿਆਂ ਖੋਜਦਿਆਂ ਹਾਰ ਗਏ। ਪਾਤਸ਼ਾਹ ਕਹਿੰਦੇ ਵਿਚਾਰਾ ਮਨੁੱਖ ਕੀ ਹੈ, ਤੁੱਛ ਜਿਹਾ, ਜਿਹੜਾ ਉਸ ਕਰਤਾਰ ਨੂੰ ਅੰਤ ਪਾ ਕੇ ਉਹਦਾ ਲੱਭਣਾ ਚਾਹਵੇ, ਉਹਨੂੰ ਅੰਤ ਪਾਣਾ ਚਾਹੇ ਉਹਨੂੰ। ਕਹਿੰਦੇ ਇੱਕ ਨਰ ਬਪਰੇ ਵਿਚਾਰੇ ਦੀ ਕੀ ਹਾਲਤ ਹੈ ਜੇ ਬ੍ਰਹਮਾ ਜੀ ਵਰਗੇ ਹਾਰ ਗਏ। ਕਹੇ ਸੰਤ ਸਭ ਹਮੇ ਸੁਨਾਵੋ। ਜਦੋਂ ਇਹ ਬਚਨ ਮਹਾਰਾਜ ਜੀ ਨੇ ਕਹੇ ਤੇ ਅੱਗੋਂ ਸੰਤ ਜਨ ਜਿਹੜੇ ਸਨ ਉਹ ਕਹਿਣ ਲੱਗੇ, ਮਹਾਰਾਜ ਆਪ ਜੀ ਕਿਰਪਾ ਕਰਕੇ ਸਾਰਾ ਪ੍ਰਸੰਗ ਸਾਨੂੰ ਵਿਸਥਾਰ ਸਹਿਤ ਸਰਵਣ ਕਰਾਓ। ਜਿਉ ਖੋਜੀ ਹੈ ਆਦ ਬਤਾਵੋ। ਕਿਵੇਂ ਬ੍ਰਹਮਾ ਜੀ ਨੇ ਖੋਜਿਆ ਕਰਤਾਰ ਨੂੰ, ਕਿਵੇਂ ਉਹ ਖੋਜਣ ਵਿੱਚ ਤਤਸ਼ਨ ਲੱਗੇ, ਉਹਦੇ ਬਾਰੇ ਮਹਾਰਾਜ ਜੀ ਸਾਨੂੰ ਜਾਣਕਾਰੀ ਦਿਓ, ਇਹ ਸਾਰਾ ਪ੍ਰਸੰਗ ਸੁਣਾਓ। ਕੋਈ ਨਾ ਤੁਮ ਤੇ ਦੁਰਿਓ ਬਿਰਤਾਂਤਾ। ਪਾਤਸ਼ਾਹ ਤੁਹਾਡੇ ਕੋਲੋਂ ਤਾਂ ਕੁਝ ਨਹੀਂ ਛੁਪਿਆ ਹੋਇਆ, ਸਾਰੇ ਬਿਰਤਾਂਤ ਤੁਹਾਡੇ ਸਾਹਮਣੇ ਪ੍ਰਗਟ ਹਨ। ਕਰ ਪਰ ਬਦਰ ਹਿਰਦੈ ਅਸ ਗਿਆਤਾ। ਮਹਾਰਾਜ ਜਿਵੇਂ ਹੱਥ ਦੀ ਤਲੀ ਤੇ ਧਰੀ ਬੇਰੀ ਦਾ ਫਲ ਕਿਸੇ ਨੇ ਬੇਰ ਰੱਖਿਆ ਹੋਵੇ ਤਲੀ ਤੇ ਸਾਹਮਣੇ ਦਿਸਦਾ ਹੈ, ਏਦਾਂ ਮੇਰੇ ਸਤਿਗੁਰੂ ਜੀ ਤੁਹਾਨੂੰ ਸਾਰੇ ਭੂਤ ਕਾਲ, ਵਰਤਮਾਨ ਕਾਲ ਤੇ ਭਵਿੱਖ ਕਾਲ, ਤਿੰਨਾਂ ਕਾਲਾਂ ਦਾ ਗਿਆਨ ਹੈ। ਪਹਿਲਾਂ ਕੀ ਹੋਇਆ ਉਹ ਵੀ ਤੁਸੀਂ ਵੇਖ ਲੈਂਦੇ ਹੋ, ਹੁਣ ਕੀ ਹੋਵੇਗਾ ਉਹ ਵੀ ਵੇਖਦੇ ਹੋ, ਆਉਣ ਵਾਲੇ ਸਮੇਂ 'ਚ ਕੀ ਹੋਵੇਗਾ ਉਹ ਵੀ ਤੁਸੀਂ ਜਾਣਦੇ ਹੋ। ਮਹਾਰਾਜ ਤੁਹਾਡੇ ਹਿਰਦੇ 'ਚ ਤਿੰਨਾਂ ਕਾਲਾਂ ਦਾ ਗਿਆਨ ਹੈ। ਸ਼੍ਰੀ ਗੁਰ ਪਨੇ ਸੁਨੋ ਹਿਤ ਸੰਗਾ। ਜਦੋਂ ਸੰਤ ਜਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਬ੍ਰਹਮਾ ਜੀ ਦਾ ਸਾਰਾ ਪ੍ਰਸੰਗ ਸਰਵਣ ਕਰਾਓ, ਤੇ ਸੁਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਸ੍ਰਿਸ਼ਟ ਸ੍ਰਿਜਨ ਤੇ ਪ੍ਰਥਮ ਪ੍ਰਸੰਗਾ। ਮਹਾਰਾਜ ਜੀ ਕਹਿੰਦੇ ਭਾਈ ਸ੍ਰਿਸ਼ਟੀ ਨੂੰ ਸਿਰਜਣਾ ਤੋਂ ਪਹਿਲਾਂ ਦਾ ਪ੍ਰਸੰਗ ਹੈ ਇਹ ਦੱਸਿਆ ਜਾਂਦਾ। ਇਹ ਸ੍ਰਿਸ਼ਟੀ ਉਦੋਂ ਨਹੀਂ ਸੀ ਸਿਰਜੀ ਗਈ, ਇਸ ਸ੍ਰਿਸ਼ਟੀ ਨੂੰ ਵੀ ਸਿਰਜਣ ਤੋਂ ਪਹਿਲਾਂ ਦਾ ਇਹ ਪ੍ਰਸੰਗ ਹੈ। ਬ੍ਰਹਮਾ ਪਇਓ ਕਮਲ ਤੇ ਜਬਈ। ਜਦੋਂ ਬ੍ਰਹਮਾ ਜੀ ਕਮਲ ਦੇ ਫੁੱਲ ਤੋਂ ਪੈਦਾ ਹੋਏ, ਉਸਤਤ ਠਾਨੀ ਪ੍ਰਭ ਕੀ ਤਬਈ। ਕਮਲ ਦੇ ਫੁੱਲ ਤੋਂ ਪੈਦਾ ਹੋ ਕੇ ਬ੍ਰਹਮਾ ਨੇ ਉਸਤਤੀ ਕੀਤੀ ਪਰਮੇਸ਼ਰ ਦੀ, ਕਰਤਾਰ ਦੀ ਉਸਤਤੀ ਕੀਤੀ। ਦੋਹਰਾ ਤਤ ਗਿਆਨ ਕੇ ਜਾਣਬੇ ਜਗੀ ਪ੍ਰੀਤ ਮਨ ਮਾਈ। ਤਤ ਗਿਆਨ ਨੂੰ ਜਾਣਨੇ ਵਾਸਤੇ ਮਨ 'ਚ ਪ੍ਰੀਤ ਜਗ ਗਈ ਬ੍ਰਹਮਾ ਜੀ ਦੇ ਹਿਰਦੇ 'ਚ। ਜਦੋਂ ਪਰਮੇਸ਼ਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਤਤਵ ਗਿਆਨ ਨੂੰ ਜਾਣਨੇ ਦੀ ਅਭਿਲਾਖਾ ਜਾਗੀ। ਹਾਂਜੀ, ਕੈਸੋ ਕਰਤਾ ਪੁਰਖ ਹੈ ਦੇਖਨ ਉਮਗੀ ਚਾਹ। ਉਹ ਕਰਤਾ ਪੁਰਖ ਕੈਸਾ ਹੈ, ਉਹਨੂੰ ਵੇਖਣ ਦੀ ਚਾਹ, ਉਹਨੂੰ ਵੇਖਣ ਦੀ ਉਮਗ ਉਹ ਬ੍ਰਹਮਾ ਜੀ ਦੇ ਹਿਰਦੇ 'ਚ ਪੈਦਾ ਹੋਈ। ਜੋ ਪਈ ਰਿਚਾ ਪ੍ਰਸ਼ੰਸਾ ਕੀ ਬੋ ਕਰਈ। ਉਸ ਵਕਤ ਬ੍ਰਹਮਾ ਜੀ ਨੇ ਵੇਦ ਰਚੇ ਨੇ। ਜਿਹੜੇ ਵੇਦ ਨੇ ਨਾ ਇਹ ਕਹਿੰਦੇ ਉਦੋਂ ਰਚੇ ਗਏ ਨੇ ਕਿਉਂਕਿ ਇਹ ਪ੍ਰਮਾਤਮਾ ਦੀ, ਪਰਮੇਸ਼ਰ ਦੀ ਉਸਤਤੀ ਤੇ ਪ੍ਰਸ਼ੰਸਾ ਦੀਆਂ ਰਿਚਾਵਾਂ ਹਨ। ਆਪਾਂ ਜਿਵੇਂ ਸ਼ਲੋਕ ਕਹਿ ਦਿੰਦੇ ਆ, ਸੰਸਕ੍ਰਿਤ ਵਿੱਚ ਉਹ ਰਿਚਾ ਕਹਿ ਦਿੰਦੇ ਹਨ, ਸੂਤਰ ਕਹਿ ਦਿੰਦੇ ਹਨ।
ਤੋ ਸੂਤਰ ਜਿਹੜੇ ਨੇ ਅੱਗੋਂ ਬਾਅਦ ਵਿੱਚ ਵੇਦ ਵਿਆਸ ਜੀ ਨੇ ਉਹਦਾ ਵਿਸਥਾਰ ਕੀਤਾ ਵੇਦਾਂ ਦਾ, ਫਿਰ ਸ਼ੰਕਰਾਚਾਰਿਆ ਨੇ ਸ਼ੰਕਰਾ ਭਾਸ਼ਿਆ ਕੀਤਾ। ਇਦਾਂ ਅੱਗੇ ਅੱਗੇ ਉਹਨਾਂ ਦਾ ਪ੍ਰਚਾਰ ਹੋਇਆ। ਉਹਦੇ ਵਿੱਚੋਂ ਹੀ 6 ਸ਼ਾਸਤਰ ਜਿਹੜੇ ਨੇ ਵੇਦਾਂ ਚੋਂ ਹੀ ਨਿਕਲੇ ਆ। ਤੋ ਇਸ ਪ੍ਰਕਾਰ ਇਹ ਅੱਗੇ ਤੋਂ ਅੱਗੇ ਵਿਸਥਾਰ ਹੋਇਆ, ਪੁਰਾਣ ਰਚੇ ਗਏ, ਸਿਮਰਤੀਆਂ ਰਚੀਆਂ ਗਈਆਂ, ਮੂਲ ਵੇਦ ਹੀ ਕਹੇ ਜਾਂਦੇ ਹਨ। ਤੋ ਇਸ ਪ੍ਰਕਾਰ ਨਾਲ ਕਹਿੰਦੇ ਉਹਨਾਂ ਵੇਦਾਂ ਦੇ ਵਿੱਚ ਜਿਹੜੀਆਂ ਰਚਾਵਾਂ ਨੇ ਉਹ ਬ੍ਰਹਮਾ ਜੀ ਨੇ ਪਰਮੇਸ਼ਰ ਦੀ ਉਸਤਤੀ ਵਿੱਚ ਉਚਾਰਨ ਕੀਤੀਆਂ। ਲਾਏ ਪ੍ਰੀਤ ਮੁਖ ਬਚਨ ਉਚਰਈ, ਔਰ ਬੜੀ ਪ੍ਰੀਤ ਲਾ ਕੇ ਮਨ 'ਚ ਪ੍ਰੇਮ ਲਾ ਕੇ ਮਨ ਮੁਖ ਤੋਂ ਉਚਾਰਦੇ ਹਨ। ਮధుਰ ਮధుਰ ਸੁਰ ਸਿਉ ਤਬ ਗਾਵੇ, ਮਿੱਠੀ ਮਿੱਠੀ ਆਵਾਜ਼ ਵਿੱਚ, ਜਿਵੇਂ ਪਾਤਸ਼ਾਹ ਉੱਤੇ ਬਚਨ ਕਰ ਆਏ ਨੇ ਨਾ, ਵੇਦ ਪੜ੍ਹੈ ਮੁਖ ਕੰਠ ਸਵਾਰ। ਮਿੱਠੀ ਮਿੱਠੀ ਆਵਾਜ਼ ਵਿੱਚ, ਰਸਦਾਇਕ ਆਵਾਜ਼ ਵਿੱਚ ਬ੍ਰਹਮਾ ਜੀ ਪੜ੍ਹਦੇ ਹਨ। ਅਧਿਕ ਰੀਝ ਕੈ ਹਰਖ ਬੜਾਵੇ, ਬੜਾ ਰੀਝਦੇ ਨੇ, ਗਾਉਂਦਿਆਂ ਗਾਉਂਦਿਆਂ ਮਨ 'ਚ ਬੜੀ ਖੁਸ਼ੀ ਤੇ ਉਮੰਗ ਪੈਦਾ ਹੁੰਦੀ। ਬਦੇ ਪ੍ਰੀਤ ਪੁਨ ਅਵਰ ਕਰੇਈ, ਹੋਰ ਪ੍ਰੀਤ ਵੱਧਦੀ ਤੇ ਫਿਰ ਹੋਰ ਰਚਾਵਾਂ ਲਿਖਦੇ, ਹੋਰ ਪ੍ਰੀਤ ਵੱਧਦੀ, ਹੋਰ ਰਚਾਵਾਂ ਉਚਾਰਨ ਕਰਦੇ। ਅਰਥ ਵਿਚਾਰ ਬੜੋ ਸੁਖ ਲਈ, ਉਹਨਾਂ ਦੇ ਫਿਰ ਅਰਥ ਵਿਚਾਰਦੇ, ਰਚ ਕੇ ਨਾ ਬ੍ਰਹਮਾ ਜੀ ਰਚਾਵਾਂ, ਫਿਰ ਉਹਨਾਂ ਦੇ ਅਰਥਾਂ ਨੂੰ ਵਿਚਾਰਦੇ, ਅਰਥ ਵਿਚਾਰ ਕੇ ਫਿਰ ਉਹਦਾ ਰਸ ਲੈਂਦੇ। ਖਾਲਸਾ ਜੀ ਇਹ ਤਰੀਕਾ ਹੈ। ਗੁਰਬਾਣੀ ਪਹਿਲਾਂ ਗਾਵੋ, ਪੜੋ, ਪਹਿਲੇ ਦਿਨ ਨਹੀਂ ਸਮਝ ਆਉਣੀ, ਪੜਦਿਆਂ 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 ਜਦੋਂ ਮਨ 'ਚ ਪ੍ਰੀਤ ਜਾਗੇਗੀ ਨਾ, ਤੇ ਫਿਰ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਨੂੰ ਵਿਚਾਰੋਗੇ ਤੇ ਵਿਚਾਰਦਿਆਂ ਰਸ ਆਵੇਗਾ। ਇੱਕ ਇੱਕ ਪੰਕਤੀ ਨੂੰ ਗੌਰ ਨਾਲ ਸੁਣੋਗੇ, ਪੜੋਗੇ, ਵਿਚਾਰੋਗੇ, ਉਹਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀ ਵਿਚਾਰ ਪੇਸ਼ ਕੀਤੀ, ਉਸ ਵਿਚਾਰ ਨੂੰ ਸਮਝੋਗੇ, ਅਰਥਾਂ ਨੂੰ ਸਮਝੋਗੇ, ਤਾਂ ਫਿਰ ਗੁਰੂ ਸਾਹਿਬ ਜੀ ਦੀ ਭਗਤੀ ਦੇ ਰਸ ਨੂੰ ਅਸੀਂ ਹਿਰਦੇ 'ਚ ਮਾਣਾਂਗੇ। ਬ੍ਰਹਮਾ ਜੀ ਇਦਾਂ ਹੀ ਕਰਦੇ, ਪਹਿਲਾਂ ਰਿਚਾ ਰਚ ਲੈਂਦੇ, ਫਿਰ ਉਹਨੂੰ ਗਾਉਂਦੇ, ਗਾ ਕੇ ਫਿਰ ਉਹਨੂੰ ਅਰਥਾਂ ਨੂੰ ਵਿਚਾਰਦੇ, ਅਰਥ ਵਿਚਾਰ ਕੇ ਫਿਰ ਉਹਦਾ ਰਸ ਲੈਂਦੇ। ਪ੍ਰੇਮ ਮਗਨ ਮੁਖ ਗਦ ਗਦ ਬਾਣੀ, ਕਦੇ ਕਦੇ ਬ੍ਰਹਮਾ ਜੀ ਪ੍ਰੇਮ 'ਚ ਮਗਨ ਹੋ ਜਾਂਦੇ, ਰਿਚਾਵਾਂ ਪੜਦਿਆਂ ਪੜਦਿਆਂ, ਰਿਚਾ ਗਾਇਨ ਕਰਦਿਆਂ ਕਰਦਿਆਂ, ਸੂਤਰ ਉਚਾਰਨ ਕਰਦਿਆਂ ਕਰਦਿਆਂ, ਕਦੇ ਕਦੇ ਐਸੇ ਮਗਨ ਹੁੰਦੇ ਕਿ ਮਗਨ ਹੁੰਦਿਆਂ ਗਲਾ ਗਦ ਗਦ ਹੋ ਜਾਂਦਾ ਤੇ ਮੂੰਹ ਤੋਂ ਬੋਲਿਆ ਨਹੀਂ ਜਾਂਦਾ, ਕੰਠ ਰੁਕ ਜਾਂਦਾ, ਗਲਾ ਗਦ ਗਦ ਹੋ ਜਾਂਦਾ ਤੇ ਮੁਖ ਤੋਂ ਕੁਝ ਬੋਲ ਨਹੀਂ ਹੁੰਦਾ। ਗਾਵੇ ਰੀਜੇ ਆਨੰਦ ਮਾਨੀ, ਕਦੇ ਗਾਉਂਦੇ ਆ, ਰੀਝਦੇ ਆ, ਗਾ ਗਾ ਕੇ ਰੀਝਦੇ ਆ ਤੇ ਆਨੰਦ ਨੂੰ ਆਪਣੇ ਹਿਰਦੇ 'ਚ ਮਾਣਦੇ ਹਨ। ਚਤਰ ਵੇਦ ਤਬ ਕਰੇ ਵਿਦਾਤਾ, ਇਦਾਂ ਬ੍ਰਹਮਾ ਜੀ ਨੇ ਸਹਿਜੇ ਸਹਿਜੇ ਕਰਕੇ 4 ਵੇਦ ਰਚੇ, ਚਾਰਾਂ ਹੱਥਾਂ ਦੇ ਵਿੱਚ ਉਹ ਗ੍ਰਹਿਣ ਕਰ ਲਏ। 4 ਵੇਦ, ਯਜੁਰ ਵੇਦ, ਰਿਗ ਵੇਦ, ਅਥਰਵਣ ਵੇਦ, ਸਾਮ ਵੇਦ, ਇਹ 4 ਵੇਦ ਜਿਹੜੇ ਨੇ ਉਹ ਬ੍ਰਹਮਾ ਜੀ ਨੇ ਰਚ ਕੇ ਤਿਆਰ ਕੀਤੇ। ਜੋ ਜਗ ਵਿਖੇ ਅਹੀਂ ਬਖਿਆਤਾ, ਜਿਹੜੇ ਉਹ 4 ਵੇਦ ਨੇ ਇਸ ਜਗਤ ਵਿੱਚ ਵਿਖਿਆਤ ਨੇ, ਪ੍ਰਗਟ ਨੇ। ਮਹਾਰਾਜ ਜੀ ਨੇ ਬਚਨ ਗੁਰਬਾਣੀ ਵਿੱਚ ਫਰਮਾਏ ਆ 4 ਵੇਦਾਂ ਦੇ ਸੰਬੰਧ 'ਚ। ਰਿਗ ਕਹਿਆ ਰਹਿਆ ਭਰਪੂਰ, ਸਾਮ ਕਹੈ ਸੇਤੰਬਰ ਸੁਆਮੀ। ਤੋ ਅਥਰਵਣ ਵੇਦ ਦਾ ਜ਼ਿਕਰ ਪਾਤਸ਼ਾਹ। ਤੋ ਇਹ 4 ਵੇਦ ਜਿਹੜੇ ਇਸ ਸਾਰੇ ਜਗਤ ਦੇ ਵਿੱਚ ਪ੍ਰਗਟ ਨੇ, ਵਿਦਤ ਨੇ। ਤਿਨੇ ਬਿਲੋਕਤ ਰਿਖੀ ਪ੍ਰਬੀਨੇ, ਉਹਨਾਂ 4 ਵੇਦਾਂ ਨੂੰ ਫਿਰ ਅੱਗੇ ਵੇਖਿਆ ਰਿਸ਼ੀਆਂ ਨੇ। ਰਿਸ਼ੀ ਕਿਹੜੇ? ਗੌਤਮ ਜੀ ਵਰਗਿਆਂ ਨੇ। ਗੌਤਮ ਰਿਸ਼ੀ ਜੀ ਵਰਗਿਆਂ ਨੇ ਉਹਨਾਂ 4 ਵੇਦਾਂ ਨੂੰ ਫਿਰ ਅੱਗੋਂ ਵੇਖਿਆ। ਸਿਮਰਤ ਸ਼ਾਸਤਰ ਬਹੁ ਰਚ ਦੀਨੇ, ਉਹਨਾਂ 4 ਵੇਦਾਂ ਤੋਂ ਫਿਰ ਸਿਮਰਤੀਆਂ ਰਚੀਆਂ। ਜਿਹੜੇ ਸਿਮਰਤੀਆਂ ਨੇ 27 ਸਿਮਰਤੀਆਂ ਤੇ ਜਿਹੜੇ 6 ਸ਼ਾਸਤਰ ਨੇ, ਇਹ 4 ਵੇਦਾਂ ਵਿੱਚੋਂ ਹੀ ਨਿਕਲੇ ਆ। ਵੇਦਾਂ ਵਿੱਚੋਂ ਹੀ ਕੁਝ ਸ਼ਲੋਕ ਲਏ, ਉਹਨਾਂ ਸ਼ਲੋਕਾਂ ਮੁਤਾਬਕ ਰਿਸ਼ੀਆਂ ਨੇ ਸਿਧਾਂਤ ਬਣਾ ਲਿਆ। ਇੱਕ ਨੇ ਸਾਂਖ ਸ਼ਾਸਤਰ ਦੀ ਰਚਨਾ ਕਰ ਦਿੱਤੀ, ਇੱਕ ਨੇ ਨਿਆਏ ਦੀ, ਇੱਕ ਨੇ ਵਿਦਾਂਤ ਦੀ, ਇੱਕ ਨੇ ਯੋਗ ਦੀ, ਇੱਕ ਦਾ ਇਸੇ ਤਰ੍ਹਾਂ ਮੀਮਾਂਸਾ ਆਦਿਕ। ਇਹ ਸ਼ਾਸਤਰ ਜਿਹੜੇ ਨੇ ਸਾਰੇ ਫਿਰ 6 ਦੇ 6 ਸ਼ਾਸਤਰ ਉੱਥੋਂ ਰਚੇ ਗਏ, ਫਿਰ ਸਿਮਰਤੀਆਂ ਰਚੀਆਂ ਗਈਆਂ। ਦੋਹਰਾ ਚਤਰ ਵੇਦ ਅਸ ਕਰ ਬਹੁਰ,
ਔਰ ਮੈਂ ਕੀਨ ਵਿਚਾਰ। ਜਦੋਂ ਬ੍ਰਹਮਾ ਜੀ ਨੇ ਚਾਰੇ ਵੇਦ ਰਚ ਦਿੱਤੇ, ਚੌ ਵੇਦਾਂ ਨੂੰ ਰਚਣ ਤੋਂ ਬਾਅਦ ਆਪਣੇ ਮਨ ਵਿੱਚ ਬ੍ਰਹਮਾ ਜੀ ਨੇ ਵਿਚਾਰ ਕੀਤੇ, ਕਿਸ ਤੇ ਮੈਂ ਉਤਪਤ ਪਇਓ ਕੋ ਉਪਜਾਵਨ ਹਾਰ। ਸੋਚਦੇ ਨੇ ਆਪਣੇ ਮਨ ਹੀ ਮਨ, ਮੈਂ ਕਿੱਥੋਂ ਪੈਦਾ ਹੋਇਆ, ਮੇਰੀ ਉਤਪਤੀ ਕਿੱਥੋਂ ਹੋਈ। ਆਪਣੇ ਬਾਰੇ ਵਿਚਾਰ ਕਰਨ ਲੱਗੇ, ਮੇਰੀ ਉਤਪਤੀ ਉਹ ਕਿਵੇਂ ਹੋਈ, ਕੌਣ ਮੈਨੂੰ ਪੈਦਾ ਕਰਨ ਵਾਲਾ ਹੈ, ਮੈਂ ਕਿੱਥੋਂ ਉਤਪੰਨ ਹੋਇਆ ਹਾਂ। ਇਹ ਵਿਚਾਰ ਮਨ ਦੇ ਵਿੱਚ ਬ੍ਰਹਮਾ ਜੀ ਦੇ ਚੱਲ ਪਈ। ਜੋ ਪਈ ਕਰੀ ਦ੍ਰਿਸ਼ਟ ਸਾ ਦੇਖੀ ਦਿਸ਼ ਚਾਰਾ। ਮਨ 'ਚ ਸੋਚ ਕੇ ਅੱਖਾਂ ਖੋਲੀਆਂ ਤੇ ਚਾਰੇ ਪਾਸੇ ਨਿਗਾਹ ਮਾਰ ਕੇ ਵੇਖਣ ਲੱਗੇ ਵੀ ਕੌਣ ਹੈ ਦੂਜਾ ਮੇਰੇ ਤੋਂ ਇਲਾਵਾ, ਜਿਹਨੇ ਮੈਨੂੰ ਸਿਰਜਿਆ, ਮੈਨੂੰ ਬਣਾਇਆ, ਮੈਂ ਕਿੱਥੋਂ ਉਤਪੰਨ ਹੋਇਆ। ਇਹ ਜਾਣਨ ਵਾਸਤੇ ਬ੍ਰਹਮਾ ਜੀ ਨੇ ਆਪਣੇ ਨੇਤਰ ਖੋਲੇ ਤੇ ਚਾਰੇ ਪਾਸੇ ਵੇਖਿਆ। ਜੈ ਤੈ ਜਲ ਅਪਰੇ ਅਪਾਰਾ। ਵੇਖਿਆ ਤੇ ਚਾਰੇ ਪਾਸੇ ਜਲ ਹੀ ਜਲ ਹੈ, ਜਲ ਹੀ ਜਲ ਹੈ, ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ। ਕਹਿ ਮੈਂ ਹੋ ਕਹਿ ਜਲ ਹੈ ਦੂਜੋ। ਕਹਿੰਦੇ ਇੱਕ ਮੈਂ ਹਾਂ, ਦੂਜਾ ਜਲ ਹੈ, ਤੀਜੀ ਤਾਂ ਸ਼ੈ ਹੀ ਕੋਈ ਨਹੀਂ ਕੋਈ। ਇੱਕ ਮੈਂ ਹਾਂ, ਦੂਸਰਾ ਜਲ ਹੈ। ਔਰ ਨ ਕਹਿ ਥਲ ਦੀਸਤ ਤੀਜੋ। ਤੀਜੀ ਕੋਈ ਜਗ੍ਹਾ, ਤੀਜਾ ਕੋਈ ਹੋਰ ਪਦਾਰਥ ਇੱਥੇ ਨਜ਼ਰ ਨਹੀਂ ਪਿਆ ਆਉਂਦਾ। ਉਪਜਿਓ ਗਰਭ ਨਾ ਮੋਹ ਬਿਨਿਆਨਾ। ਮਨ 'ਚ ਹੰਕਾਰ ਪੈਦਾ ਹੋ ਗਿਆ ਕਿ ਮੇਰੇ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ, ਬਸ ਮੈਂ ਹੀ ਮੈਂ ਹਾਂ। ਇਹ ਹੰਕਾਰ ਬ੍ਰਹਮਾ ਜੀ ਦੇ ਹਿਰਦੇ 'ਚ ਉਤਪੰਨ ਹੋ ਗਿਆ। ਮੈਂ ਹੀ ਮੈਂ ਹਾਂ, ਮੇਰੇ ਤੋਂ ਇਲਾਵਾ ਤਾਂ ਕੁਝ ਹੋਰ ਹੈ ਹੀ ਨਹੀਂ, ਇਹ ਪਾਣੀ ਆ ਜਾਂ ਮੈਂ ਹਾਂ, ਤੀਜੀ ਤਾਂ ਕੋਈ ਸ਼ੈ ਹੀ ਕੋਈ ਨਹੀਂ। ਇਹ ਹੰਕਾਰ ਜਿਸ ਵੇਲੇ ਬ੍ਰਹਮਾ ਜੀ ਦੇ ਹਿਰਦੇ ਵਿੱਚ ਹੋਇਆ ਤਾਂ ਉਧਰੋਂ ਨਿਰੰਕਾਰ ਦੇ ਘਰ 'ਚੋਂ ਆਵਾਜ਼ ਆਈ, ਬ੍ਰਹਮਾ ਜੀ ਤੂੰ ਇਸ ਕਮਲ ਦੀ ਨਾਲੀ ਤੋਂ, ਇਸ ਕਮਲ ਦੇ ਫੁੱਲ ਤੋਂ ਪੈਦਾ ਹੋਇਆ। ਵੇਖ ਕੇ ਬ੍ਰਹਮਾ ਜੀ ਚਕਰਤ ਹੋਏ, ਛੋਟਾ ਜਿਹਾ ਫੁੱਲ, ਮੈਂ ਏਡਾ ਵੱਡਾ, ਮੇਰਾ ਏਡਾ ਵੱਡਾ ਆਕਾਰ ਇਸ ਛੋਟੇ ਜਿਹੇ ਫੁੱਲ ਚੋਂ ਕਿਵੇਂ ਹੋ ਸਕਦਾ। ਸੰਸਾਰਗ੍ਰਸਤ ਨੇ। ਉਹ ਕਥਾ ਆਪ ਦੀ ਅਗਲੇ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦੀ ਕਥਾ ਕਥਨ ਕਰਦਿਆਂ, ਗੁਰੂ ਪਾਤਸ਼ਾਹ ਦੇ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ, ਅਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ, ਪੰਜਨ ਗੁਣ ਤਾਸ, ਹੈ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਕੇ ਸਦਾ ਬਵੇਤ, ਹੈ ਅਪਰੰਪਰ ਹਰ ਹਰੇ, ਪੀਓ ਅਣਹਾਰੇ, हे संतः कੈ सदा संग, ਧਾਰਾ ਆਧਾਰ, हे ठाकुर हो दासरो, ਮੈਂ ਨਿਰਗੁਣ ਗੁਣ ਨਹੀਂ ਕੋਏ, नानक दीजै नाम दान, ਰਾਖੋ ਈਐ ਪਰੋ, आए प्रभ शरणागति, ਨਿਧ ਦਿਆਲ, एक अखर हर मन बस्त, ਕਿਉ ਤੇ ਨਿਆਲ, वाहिगुरु नाम जहाज है, ਜੜੇ ਸੋ ਤੇਰੇ ਪਾਰ, जो
ਸ਼ਰਦਾ ਕਰ ਸੇਵੰਦੇ ਪਾਰੇ ਉਤਾਰਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਪਾਰੇ ਉਤਾਰਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਵਾਹਿਗੁਰੂ दंडोत बंदनान के सर्व कला समरथ डोलन तेरा को प्रभु नानक दे कर हथ नानक दे कर हथ नानक दे कर हथ
ਦੇ ਕਰ ਹੱਥ ਦੇ ਕਰ ਹੱਥ हे प्राणनाथ गोविंद कृपा निधान जगत गुरु